47 ਨੰਬਰ पेज के उपर हुक्मी भविष्य काल, हुक्मी भविष्य काल बिल्कुल जी। हाँ जी, इंपैरेटिव मूड हैगा जी ये उत्तम पुरख बहुवचन, बिल्कुल ठीक है जी। ਅਸੀਂ ਦੁਲਾਵਾਂ ਦਾ ਚੈਪਟਰ ਕਰ ਰਹੇ ਹੈਗੇ ਆ। ਗਾਵੀਐ, ਸੁਣੀਐ, ਮਨ ਰੱਖੀਐ ਭਾਉ। ਗਾਵੀਐ, ਹੁਣ ਇੱਥੇ ਐੜੇ ਨੂੰ ਦੁਲਾਵਾਂ, ਕਿਰਿਆ ਦੇ ਆਖਰੀ ਅੱਖਰ ਨੂੰ ਦੁਲਾਵਾਂ ਆ ਗਈਆਂ। ਗਾਵੀਐ, ਸੁਣੀਐ, ਸੁਣੀਆਂ ਦੀ ਵੀ ਆ ਗਈਆਂ, ਰੱਖੀਐ, ਰੱਖੀਆਂ ਦੇ ਵੀ ਆ ਗਈਆਂ, ਮਨ ਰੱਖੀਐ ਭਾਉ। ਇਹਦਾ ਅਰਥ ਬਣ ਗਿਆ ਜੀ ਉੱਤਮ ਪੁਰਖ ਭਾਵ ਮੈਨੂੰ, उत्तम पुरख मैनू, बहुवचन मैनू सानू। गावीए मैंने गाउणा चाहिदा है, सानू गाउणा चाहिदा है, सानू सुनना चाहिदा है, सानू मन विच प्यार रखना चाहिदा है। सानू उत्तम पुरख फर्स्ट पर्सन ते ये बहुवचन हैगा प्लूरल, भाव सानू इस तरह करना चाहिदा है। क्रिया दे अखीर ते लग गया ऐड़े नू दुलावां। इहदी निशानी की हुंदी है? ਇਹਦੀ ਨਿਸ਼ਾਨੀ ਹੁੰਦੀ ਹੈ ਕਿਰਿਆ ਦੇ ਆਖਰੀ ਅੱਖਰ ਨੂੰ ਬਿਹਾਰੀ ਲੱਗੀ ਹੋਏਗੀ ਤੇ ਐੜੇ ਨੂੰ ਦੁਲਾਵਾਂ ਲੱਗੀਆਂ ਹੋਣਗੀਆਂ। ਆ ਇਹਦੀ ਨਿਸ਼ਾਨੀ ਹੈ, ਆਖਰੀ ਅੱਖਰ ਨੂੰ ਬਿਹਾਰੀ ਤੇ ਐੜੇ ਨੂੰ ਦੁਲਾਵਾਂ। ਗਾਵੀਐ, ਸੁਣੀਐ, ਮਨ ਰੱਖੀਐ ਭਾਉ। ਸਾਨੂੰ ਗਾਉਣਾ ਚਾਹੀਦਾ ਹੈ, ਸਾਨੂੰ ਸੁਣਨਾ ਚਾਹੀਦਾ ਹੈ, ਸਾਨੂੰ ਮਨ ਵਿੱਚ ਪਿਆਰ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ। देख हुण लगना जिहड़ा वो क्रिया हैगी है, पर लागी दे गग्गे नूं खीर ते सिहारी लग गई, ऐड़े नूं दुलावां लग गईयां। जिथे ईड़ी नूं, जिथे आखरी अखर नूं सिहारी बिहारी ते ऐड़े नूं दुलावां लग जाण, उत्थे उत्तम पुरख बहुवचन दा भविष्य काल बन जांदा वै। आओ सखी संत पास सेवा लागी है, भाव सानू सेवा विच लगना चाहिदा है, असीं सेवा विच लगीए, सानू लगना चाहिदा है। साडी गल चल रही है उत्तम पुरख दी ते बहुवचन रूप दे विच, कला मैनू नहीं, कला तुहानू नहीं, बल्कि सानू। इसी तरह पीसों चरण पखार आप त्यागी है। हुण इत्थे फिर क्रिया त्याग हैगी है, क्रिया हैगी त्याग। त्याग दे अखीर ते लग गई बिहारी, अगे लग गईयां ऐड़े नूं दुलावां। जिथे बिहारी ते ऐड़े नूं दुलावां लग जांदियां ने, उत्थे अखां मीच के तुसीं उत्तम पुरख बहुवचन दा हुक्मी भविष्य काल बना दो। उत्तम पुरख दे विच इह आंदा वै, भाव त्यागी है, सानू त्यागना चाहिदा है। आप मैंने आपा त्यागना चाहिदा है, ते आप दे पप्पे नौकड़ हैगी है, भाव आपा त्यागना चाहिदा है। इस तरह शरण गहीजै मान लीजै करे सो सुख पाइयै। शरण गहीजै, ਹੁਣ ਗਹੀ ਹਾਹੇ ਨੂੰ ਬਿਹਾਰੀ ਆ ਗਈ, ਜੱਜੇ ਨੂੰ ਦੁਲਾਵਾਂ ਆ ਗਈਆਂ। ਆ ਜੱਜੇ ਨੂੰ ਦੁਲਾਵਾਂ ਵਾਲਾ ਜਿਹੜਾ ਨਾ ਅੱਗੇ ਚੱਲ ਕੇ ਆਏਗਾ, ਮਾਨ ਲੀਜੈ, ਜੱਜੇ ਨੂੰ ਦੁਲਾਵਾਂ ਆ ਗਿਆ ਅੱਗੇ ਆਏਗਾ। ਅਸੀਂ ਕਰ ਰਹੇ ਹਾਂ ਐੜੇ ਨੂੰ ਦੁਲਾਵਾਂ, ਬਸ ਆ ਯਾਦ ਰੱਖਿਓ। ਪਾਈਐ, ਪਾਈਏ ਅਸੀਂ ਕਰਦੇ ਪਏ ਹਾਂ, ਸੋ ਸੁਖ ਪਾਈਐ। ਉਹ ਸੁਖ ਸਾਨੂੰ ਪਾਉਣਾ ਚਾਹੀਦਾ ਹੈ, ਉਹ ਸੁਖ ਸਾਨੂੰ ਪਾਉਣਾ ਚਾਹੀਦਾ ਹੈ। ਕਿਉਂਕਿ ਜਿੱਥੇ ਆ ਜਾਂਦੀ ਨਾ ਜੱਜੇ ਨੂੰ ਦੁਲਾਵਾਂ, ਉੱਥੇ ਮੱਧਮ ਪੁਰਖ ਨਾਲ ਗੱਲ ਆ ਜਾਂਦੀ ਹੈ ਹੁਕਮ ਦੇ ਉਪਹਾਲ ਚ ਵੀ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਸ਼ਰਨ ਵਿੱਚ ਆ ਜਾਓ, ਤੁਸੀਂ ਮਾਨ ਲੈ ਲਓ। ਉਹਦੇ ਨਾਲ ਕੀ ਕਰੋ ਹੋਵੇਗਾ, ਅਸੀਂ ਉਹ ਸੁੱਖ ਪਾ ਲਵਾਂਗੇ। ਬਸ ਆਹ ਧਿਆਨ ਰੱਖਣਾ ਹੈ, ਦੁਲਾਵਾਂ ਦਾ ਮਤਲਬ ਇੱਥੇ ਗਹੀਜਾ ਤੇ ਲੀਜੇ ਦਾ ਸੰਬੰਧ ਉੱਤਮ ਪੁਰਖ ਬਹੁਵਚਨ ਨਾਲ ਨਹੀਂ ਹੈ। ਗਹੀਜਾ ਤੇ ਲੀਜੇ ਦਾ ਸੰਬੰਧ ਮੱਧਮ ਪੁਰਖ ਦੇ ਨਾਲ ਹੈ, ਇਹ ਯਾਦ ਰੱਖਣਾ ਬਸ। ਤਾਂ ਮੈਂ ਅੱਗੇ ਚੱਲ ਕੇ ਦੱਸਾਂਗਾ, ਕਿਉਂਕਿ ਆਪਣੇ ਵਿੱਚ ਸ਼ਾਇਦ ਵਿੱਚ ਆ ਜਾਏਗਾ ਜਾਂ ਆਪਾਂ ਪਿੱਛੇ ਕੀਤਾ ਹੋਏਗਾ ਚੈਪਟਰ। ਇੱਥੇ ਅਸੀਂ ਪਾਈਏ ਦੀ ਗੱਲ ਕਰ ਰਹੇ ਹਾਂ ਸਿਰਫ, ਜਿਵੇਂ ਉੱਪਰ ਕੀਤੀ ਸੀ ਗੱਲ ਗਾਵੀ ਹੈ, ਸੁਣੀ ਹੈ, ਲਾਗੀ ਹੈ, ਤਿਆਗੀ ਹੈ। ਇਸ ਤਰ੍ਹਾਂ ਪਾਈਏ ਪਾਉਣਾ ਕਿਰਿਆ ਹੈ, ਬਿਹਾਰੀ ਤੇ ਐੜੇ ਨੂੰ ਦੁਲਾਵਾਂ ਜਦੋਂ ਲੱਗੀਆਂ ਪਾਈਏ, ਉਹਦਾ ਅਰਥ ਬਣ ਗਿਆ ਪਾਣਾ ਚਾਹੀਦਾ, ਸਾਨੂੰ ਪਾਉਣਾ ਚਾਹੀਦਾ ਹੈ, ਸਾਨੂੰ ਪਾਉਣਾ ਚਾਹੀਦਾ ਹੈ। ਇਸੇ ਤੇ ਪਾਈਏ ਦੀ ਵਿਆਖਿਆ ਕਰ ਰਹੇ ਹਾਂ, ਗਹੀਜਾ ਤੇ ਲੀਜਾ ਦੀ ਨਹੀਂ। और गहीजे ते लीजे बारे मैं एक मिनट देखा कि मैं पीछे 80 करके गया या अगे करना, मैं एक सेकंड चेक कर लवां। हाँ जी अगे एक सेकंड, हाँ असी अगे करांगे जी नूं, ये अगे चैप्टर आने वाला वै, आपां अगे करांगे। ये याद रखियो शब्द गहीजा ते लीजा,
ਇਹਦੇ ਅਰਥ ਮੱਧਮ ਪੁਰਖ ਦੇ ਬਣਨਗੇ, ਉੱਤਮ ਪੁਰਖ ਦੇ ਨਹੀਂ। ਆਈਏ ਦੇ ਅਰਥ ਉੱਤਮ ਪੁਰਖ ਬਹੁਵਚਨ ਦੇ ਨੇ। ਤੁਸੀਂ ਸ਼ਰਨ ਪੈ ਜਾਓ, ਤੁਸੀਂ ਮੰਨ ਲਓ, ਸ਼ਰਨ ਪੈ ਕੇ ਮੰਨ ਲਓ, ਉਹਦੇ ਨਾਲ ਕੀ ਹੋਏਗਾ? ਅਸੀਂ ਸੁੱਖ ਪ੍ਰਾਪਤ ਕਰ ਲਵਾਂਗੇ। ਇਹ ਕਿਉਂ? ਮੈਂ ਅੱਗੇ ਚੱਲ ਕੇ ਦੱਸਾਂਗਾ ਜੀ। ਕਿਉਂਕਿ ਇਹਦੀ ਨਾ ਇੱਕ ਸੀਰੀਅਲ, ਇੱਕ ਚੇਨ ਹੁੰਦੀ ਕਿਰਿਆ ਦੀ, ਜਿਹਨੂੰ ਸਮਝਣ ਵਾਸਤੇ ਇੱਕ ਸਿਲੇਬਸ ਹੁੰਦਾ ਪੂਰਾ। ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀਐ। ਜਾਗਣਾ ਕਿਰਿਆ ਵੈ, ਜਾਗ ਦੇ ਨਾਲ ਦਿਹਾੜੀ ਲੱਗ ਗਈ ਤੇ ਐੜੇ ਨੂੰ ਦਲਾਵਾਂ ਲੱਗ ਗਈਆਂ। ਜਾਗੀ ਹੈ ਭਾਵ ਜਾਗਣਾ ਚਾਹੀਦਾ ਹੈ, ਸਾਨੂੰ ਜਾਗ ਜਾਣਾ ਚਾਹੀਦਾ ਹੈ। ਇੱਥੇ ਜਾਗੀ ਹੈ। ਇਸੇ ਤਰ੍ਹਾਂ ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀ ਹੈ। ਕਾਮ ਕ੍ਰੋਧ ਲੋਭ ਛੋਡੀਐ। ਹਾਂ, ਛੋਡੀਐ ਭਾਵ ਸਾਨੂੰ ਛੱਡਣਾ ਚਾਹੀਦਾ ਹੈ। ਛੋੜ ਕਿਰਿਆ ਵੈ, ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਵਾਂ ਲੱਗ ਗਈਆਂ। ਇਹ ਬਣ ਗਿਆ ਛੋੜ ਕੀ ਐ, ਛੋਡੀਐ ਭਾਵ ਛੱਡ ਦੇਣਾ ਚਾਹੀਦਾ ਹੈ। ਸਾਨੂੰ ਕਾਮ ਕ੍ਰੋਧ ਲੋਭ ਮੋਹ ਛੱਡ ਦੇਣਾ ਚਾਹੀਦਾ ਹੈ। ਅੱਗੋਂ ਆ ਗਿਆ ਮੱਧਮ ਪੁਰਖਾ ਸੇ ਦੀਜੈ ਅਗਨ ਜਲਾਏ, ਤੁਸੀਂ ਅੱਗ 'ਚ ਜਲਾ ਦਿਓ। ਇੱਥੇ ਫਿਰ ਜਜਨ ਦਲਾਵਾਂ ਆ ਗਈਆਂ, ਤੁਸੀਂ ਅੱਗ 'ਚ ਜਲਾ ਦਿਓ। ਉੱਤਮ ਪੁਰਖ ਬਹੁਵਚਨ ਛੋੜੀਏ ਹੈਗਾ ਵੈ, ਦੀਜੈ ਮੱਧਮ ਪੁਰਖ ਹੈਗਾ ਵੈ। ਬਸ ਆ ਯਾਦ ਰੱਖਣਾ ਹੈ, ਮੱਧਮ ਪੁਰਖ ਇੱਕ ਵਚਨ, ਇਹ ਜਿਹੜਾ ਹੈਗਾ ਵੈ ਦੀਜੈ। ਜਿੱਥੇ ਜੱਜੇ ਨੂੰ ਦਲਾਵਾਂ ਆਉਂਦੀਆਂ ਨੇ ਉਹ ਮੱਧਮ ਪੁਰਖ ਇੱਕ ਵਚਨ ਦੀ ਨਿਸ਼ਾਨੀ ਹੁੰਦੀ ਹੈ। ਆਪਾਂ ਅੱਗੇ ਚੱਲ ਕੇ ਕਰਾਂਗੇ, ਕੋਈ ਗੱਲ ਨਹੀਂ। ਗੁਰਬਾਣੀ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਆਉਂਦੇ ਨੇ, ਇੱਕ ਨਹੀਂ ਬਹੁਤ ਸਾਰੇ ਪ੍ਰਮਾਣ ਅਸੀਂ ਗੁਰਬਾਣੀ 'ਚੋਂ ਇਹ ਪੜ੍ਹਦੇ ਰਹਿੰਦੇ ਹੈਗੇ ਆ। ਜਿਵੇਂ ਤਜ ਆਪ ਮਿਟੈ ਸੰਤਾਪ, ਆਪ ਨਹਿ ਜਾਣਾਈ ਹੈ। ਆਪਾਂ ਆਪਣਾ ਆਪਾਂ ਨਹੀਂ ਜਣਾਉਣਾ ਚਾਹੀਦਾ ਹੈ, ਉੱਥੇ ਜਾਣਾਈ ਹੈ ਲਫ਼ਜ਼ ਆ ਗਿਆ। ਜਾਂ ਜੀਵਦਿਆਂ ਨਿਤ ਜਾਪੀਐ, ਨਾਨਕ ਸਾਚਾ ਨਾਉ। ਜੀਵਦਿਆਂ ਨਿਤ ਜਾਪੀਐ, ਜਾਪਣਾ ਚਾਹੀਦਾ ਹੈ ਸਾਡੇ ਵਾਸਤੇ, ਸਾਨੂੰ ਜਾਪਣਾ ਚਾਹੀਦਾ ਹੈ, ਨਾਨਕ ਸਾਚਾ ਨਾਉ। ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਆਉਂਦੇ ਨੇ ਜਿੱਥੇ ਅਸੀਂ ਉੱਤਮ ਪੁਰਖ ਦੀ ਗੱਲ ਕਰਦੇ ਹੈਗੇ ਆ। ਹੁਣ ਇਸ ਤੋਂ ਥੋੜਾ ਅੱਗੇ ਜਾਓ ਜੀ। ਇਹ ਤੇ ਸੀ ਕਿਰਿਆ ਦੇ ਅਖੀਰ ਤੇ ਦਿਹਾੜੀ ਤੇ ਐੜੇ ਨੂੰ ਦੁਲਾਵਾਂ। ਪਾਈਐ, ਜਾਗੀਐ, ਛੋਡੀਐ, ਪਾ ਲੈਣਾ ਚਾਹੀਦਾ ਹੈ। ਜਾਗੀਐ, ਜਾਗ ਲੈਣਾ ਚਾਹੀਦਾ ਹੈ, ਸੁਚੇਤ ਰਹਿਣਾ ਚਾਹੀਦਾ ਹੈ। ਛੋਡੀਐ, ਸਾਨੂੰ ਛੱਡ ਦੇਣਾ ਚਾਹੀਦਾ ਹੈ। ਹਾਂਜੀ, ਹੁਣ ਆਜੋ ਜੀ ਆਪਾਂ ਇਸ ਤੋਂ ਅੱਗੇ ਕਰਮਣੀ ਵਾਚ ਆ ਗਿਆ। ਕਰਮਣੀ ਵਾਚ ਤੋਂ ਨਾ ਵਰਤਮਾਨ ਕਾਲ ਅਜੇ ਛੱਡ ਦਿਓ। ਵਰਤਮਾਨ ਕਾਲ ਤੋਂ ਕਿ ਹਜੇ ਹੁਕਮੀ ਭੁਗਤ ਆ ਜਾਓ ਹੁਣ, ਕਿਉਂਕਿ ਅਸੀਂ ਹੁਕਮੀ ਭੁਗਤ ਕੀਤਾ ਹੈਗਾ ਨਾ। ਹੁਕਮੀ ਭੁਗਤ ਅਸੀਂ ਕੀਤਾ ਉੱਤਮ ਪੁਰਖ ਦਾ, ਹੁਣ ਹੁਕਮੀ ਭੁਗਤ ਕਰਨਾ ਸੀ ਮੱਧਮ ਪੁਰਖ ਦਾ ਇੱਕ ਵਚਨ ਦਾ। ਪਹਿਲਾਂ ਉੱਤਮ ਪੁਰਖ ਬਹੁਵਚਨ ਸੀ, ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜਮ ਦਲਾਵਾਂ ਲੱਗੀਆਂ। ਹੁਣ ਹੁਕਮੀ ਭਵਿੱਖ ਦਾ ਮੱਧਮ ਪੁਰਖ ਦਾ ਇੱਕ ਵਚਨ ਆ ਗਿਆ, ਸੈਕੰਡ ਪਰਸਨ ਦਾ ਸਿੰਗੂਲਰ ਆ ਗਿਆ। ਉੱਥੇ ਕੀ ਆ ਗਿਆ? ਕਿਰਿਆ ਦੇ ਅਖੀਰ ਤੇ ਜੱਜੇ ਨੂੰ ਦਲਾਵਾਂ ਆ ਗਈਆਂ। ਜਿਵੇਂ ਸ਼ੇਖ ਫਰੀਦੈ ਖੈਰ ਦੀਜੈ, ਭਾਵ ਖੈਰ ਦਿਓ, ਭੀਖ ਦਿਓ, ਬੰਦਗੀ ਦੀ ਭੀਖ ਦਿਓ। ਸ਼ੇਖ ਫਰੀਦੈ ਖੈਰ ਦੀਜੈ, ਤੁਸੀਂ ਦਿਓ। ਮੱਧਮ ਪੁਰਖ ਆ ਗਿਆ, ਤੁਸੀਂ ਦਿਓ। ਹੁਣ ਇੱਥੇ ਕਿਉਂਕਿ ਰੱਬ ਨੂੰ ਕਿਹਾ ਵੀ ਤੂੰ ਦੇ, ਖੈਰ ਦੀਜੈ ਬੰਦਗੀ ਭਾਵ ਤੁਸੀਂ ਦਿਓ ਮੈਨੂੰ ਬੰਦਗੀ ਦੀ ਖੈਰ। ਆਦਰਵਾਚੀ ਸ਼ਬਦ ਨੂੰ ਅਸੀਂ ਤੁਸੀਂ ਕਹਿ ਦਿੰਦੇ ਆ, ਪਰ ਇੱਥੇ ਤੂੰ ਦੇ ਜਿਹੜਾ ਬਣ ਜਾਊਗਾ, ਤੂੰ ਦਿਓ ਭਾਵ ਤੁਸੀਂ ਦਿਓ ਸਤਿਕਾਰ ਵਜੋਂ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪ੍ਰਣਵਤ ਨਾਨਕ, ਗੁਰੂ ਨਾਨਕ ਪਾਤਸ਼ਾਹ ਬੇਨਤੀ ਕਰਦੇ ਨੇ, ਹੇ ਮੇਰੇ ਸਾਹਿਬ ਜੀ ਸੁਣ, ਕੀ ਕਰਾਂ ਕਿ ਡੁੱਬਦਾ ਪੱਥਰ ਲੀਜੈ। ਉਹ ਕੀ ਕਰੇ ਕਿ ਡੁੱਬਦਾ ਪੱਥਰ ਕੱਢ ਲੈ, ਭਾਵ ਡੁੱਬਦੇ ਹੋਏ ਪੱਥਰ ਨੂੰ ਤੁਸੀਂ ਕੱਢ ਲਓ। ਇਸ ਤਰ੍ਹਾਂ ਆ ਗਿਆ ਇਹ ਮੱਧਮ ਪੁਰਖ ਇੱਕ ਵਚਨ। ਹੁਣ ਦੇਖੋ ਇੱਥੇ ਲੀਜੈ ਕਿਰਿਆ ਦੇ ਅਖੀਰ ਤੇ ਜੱਜੇ ਨੂੰ ਦਲਾਵਾਂ ਆ ਗਈਆਂ ਨਾ। ਹੁਣ ਇੱਥੇ ਮੱਧਮ ਪੁਰਖ ਦੀ ਗੱਲ ਬਣ ਗਈ ਇੱਕ ਵਚਨ ਦੀ, ਵੀ ਤੂੰ ਲੈ। ਇਸੇ ਤਰ੍ਹਾਂ ਦੀਜੈ ਤੂੰ ਦੇ। ਪਿੱਛੇ ਜਿਹੜੇ ਹੁਣ ਦੇਖੋ, ਹੁਣ ਵਾਪਸ ਹੁਕਮੀ ਭੁਗਤ ਉੱਤਮ ਪੁਰਖ ਚਾਓ ਜੀ, ਉੱਤਮ ਪੁਰਖ ਬਹੁਵਚਨ ਚਾਓ। ਹਾਂ, ਇੱਥੇ ਹੁਣ ਦੇਖੋ ਸ਼ਬਦ ਪੜੋ, ਜੈ ਆ ਗਿਆ ਪਿੱਛੇ। ਜਿਵੇਂ ਸ਼ਰਨ ਗਹੀ ਜੈ, ਮਾਣ ਲੀਜੈ,
ਇੱਥੇ ਮੱਧਮ ਪੁਰਖ ਹੋਏਗਾ ਵੀ ਤੂੰ ਸ਼ਰਨ ਵਿੱਚ ਪੈ ਤੇ ਤੂੰ ਮਾਣ ਲੈ, ਭਾਵ ਤੁਸੀਂ ਸ਼ਰਨ ਵਿੱਚ ਪਾਓ, ਤੁਸੀਂ ਮਾਣ ਲਓ। ਤੂੰ ਸ਼ਰਨ ਵਿੱਚ ਪੈ, ਤੂੰ ਮਾਣ ਲੈ, ਇਹਦੇ ਨਾਲ ਕੀ ਹੋਏਗਾ? ਸੋ ਸੁਖ ਪਾਈਐ, ਅਸੀਂ ਉਹ ਸੁਖ ਪ੍ਰਾਪਤ ਕਰ ਲਵਾਂਗੇ। ਇੱਥੇ ਵੀ ਗਹੀਜੈ ਤੇ ਲੀਜੈ, ਜਿੱਥੇ ਕਿਰਿਆ ਦੇ ਅਖੀਰ ਤੇ ਜੱਜੇ ਨੂੰ ਦਲਾਵਾਂ ਆ ਜਾਂਦੀਆਂ ਨੇ, ਬਿਹਾਰੀ ਨਾਲ ਜੱਜੇ ਨੂੰ ਦਲਾਵਾਂ ਆ ਜਾਂਦੀਆਂ ਨੇ, ਉੱਥੇ ਮੱਧਮ ਪੁਰਖ ਇੱਕ ਵਚਨ ਦੀ ਗੱਲ ਹੈ, ਤੇ ਜਿੱਥੇ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਵਾਂ ਆ ਜਾਂਦੀਆਂ ਨੇ, ਉੱਥੇ ਉੱਤਮ ਪੁਰਖ ਬਹੁਵਚਨ ਦੀ ਗੱਲ ਹੈ। ਮੈਂ ਵੀਰ ਜੀ ਚੰਜੇ ਵੀਰ ਜੀ ਤੁਹਾਨੂੰ ਇੱਕ ਚੀਜ਼ ਭੇਜਣ ਲੱਗਿਆ, ਤੁਸੀਂ ਉਹ ਡਿਸਪਲੇ ਕਰ ਦਿਓ। ਮੈਂ ਹੁਣੇ ਬੈਠੇ ਬੈਠੇ ਤਿਆਰ ਕਰ ਲਈ, ਨਾਲ ਨਾਲ ਮੈਂ ਇੱਧਰ ਗੱਲ ਕਰ ਰਿਹਾ ਸੀਗਾ ਵਿਚਾਰਾਂ, ਤੇ ਨਾਲ ਨਾਲ ਮੈਂ ਉਹ ਤਿਆਰ ਕਰ ਰਿਹਾ ਸੀ। ਥੋੜਾ ਬਹੁਤਾ ਤਿਆਰ ਸੀ, ਥੋੜਾ ਬਹੁਤਾ ਰਹਿੰਦਾ ਹੈਗਾ, ਤੇ ਤੁਹਾਨੂੰ ਮੈਂ ਭੇਜਣ ਲੱਗਿਆ, ਤੁਸੀਂ ਕਿਰਪਾ ਕਰਕੇ ਉਹਨੂੰ ਡਿਸਪਲੇ ਕਰ ਦਿਓ। ਹਾਂਜੀ, ਇੱਕ ਸੈਕਿੰਡ ਹੋਲਡ ਕਰਿਓ। ਦੇ ਵਿੱਚ ਜਦੋਂ ਅਸੀਂ ਗੁਰਬਾਣੀ ਦੀ ਵਿਆਕਰਨ ਸਿੱਖਣੀ ਹੋਵੇ, ਜਿੰਨਾ ਚਿਰ ਅਸੀਂ ਦੂਜੇ ਸ਼ਬਦਾਂ ਨਾਲ ਕੰਪੈਰੀਜ਼ਨ ਨਹੀਂ ਕਰਾਂਗੇ, ਉਹਨਾਂ ਚਿਰ ਸਮਝ ਨਹੀਂ ਆਏਗੀ। ਹੁਣ ਦੇਖੋ, ਇਹਦੇ ਵਿੱਚ ਉੱਤਮ ਪੁਰਖ ਹੈ, ਮੱਧਮ ਪੁਰਖ ਹੈ ਤੇ ਅਨਯ ਪੁਰਖ ਹੈ, ਤੇ ਅਸੀਂ ਚੈਪਟਰ ਕਰ ਰਹੇ ਹਾਂ ਕਿਰਿਆ ਦੇ ਅੰਤ ਵਿੱਚ ਦੁਲਾਵਾਂ। ਸਾਡਾ ਚੈਪਟਰ ਚੱਲ ਰਿਹਾ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਕਿਤਾਬ ਦੇ ਵਿੱਚੋਂ। ਉਹਦੇ ਵਿੱਚ ਖੱਬੇ ਹੱਥ ਲਿਖਿਆ ਇੱਕ ਵਚਨ ਤੇ ਬਹੁਵਚਨ। ਉੱਤਮ ਪੁਰਖ ਦਾ ਇੱਕ ਵਚਨ ਅਜੇ ਮੈਂ ਭਰਿਆ ਨਹੀਂ, ਕਿਉਂਕਿ ਮੈਂ ਬੈਠਾ ਬਣਾ ਰਿਹਾ ਸੀ ਔਰ ਕੰਪਲੀਟ ਨਹੀਂ ਕੀਤਾ, ਕਿਉਂਕਿ ਮੇਰੇ ਕੋਲ ਬਹੁਤ ਘੱਟ MCQ ਜਿਵੇਂ ਬਹੁਤ ਜ਼ਿਆਦਾ ਨੇ, ਤੇ ਮੈਂ ਸ਼ਾਰਟਕਟ ਦੇ ਵਿੱਚ 15-20 ਮਿੰਟ ਦੇ ਵਿੱਚ ਤਿਆਰ ਕੀਤਾ ਹੈਗਾ। ਅਜੇ ਇੰਨਾ ਕੋਈ ਤਿਆਰ ਕੀਤਾ ਅੱਜ ਦੇ ਚੈਪਟਰ ਨਾਲ ਸੰਬੰਧਿਤ। ਇਹਦੇ ਵਿੱਚ ਦੇਖ ਲਓ ਜੀ, ਹੁਣ ਉੱਤਮ ਪੁਰਖ ਬਹੁਵਚਨ ਹੁਕਮੀ ਭਵਿੱਖ ਦਾ ਆ ਗਿਆ, ਈ ਹੈ ਲਿਖਿਆ ਨਾ, ਹੁਕਮੀ ਭਵਿੱਖਤ, ਅੱਗੇ ਬ੍ਰੈਕਟਾਂ ਚ ਪਾਇਆ ਬਿਹਾਰੀ ਤੇ ਐੜੇ ਦਲਾਵਾਂ। ਜਿੱਥੇ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਵਾਂ ਆ ਜਾਣਗੀਆਂ, ਉਹ ਬਣ ਜਾਏਗਾ ਉੱਤਮ ਪੁਰਖ ਬਹੁਵਚਨ। ਗਾਵੀਐ, ਸੁਣੀਐ, ਮਨ ਰੱਖੀਐ ਭਾਓ, ਸਾਨੂੰ ਗਾਉਣਾ ਚਾਹੀਦਾ ਹੈ, ਸਾਨੂੰ ਸੁਣਨਾ ਚਾਹੀਦਾ। ਇੱਥੇ ਸਾਨੂੰ ਲਿਖਣਾ ਬਹੁਤ ਜ਼ਰੂਰੀ ਹੈਗਾ ਨਾਲ, ਸਾਨੂੰ, ਕਿਉਂਕਿ ਉੱਤਮ ਪੁਰਖ ਦੀ ਗੱਲ ਚੱਲ ਰਹੀ ਬਹੁਵਚਨ ਦੀ। ਜੇ ਇੱਕ ਵਚਨ ਹੁੰਦਾ ਤਾਂ ਫਿਰ ਮੈਨੂੰ ਆਣਾ ਸੀ, ਬਹੁਵਚਨ ਹੈ ਤੇ ਸਾਨੂੰ ਆਏਗਾ। ਉੱਤਮ ਪੁਰਖ ਹੈ ਨਾ, ਸਾਨੂੰ ਗਾਉਣਾ ਚਾਹੀਦਾ ਹੈ, ਸਾਨੂੰ ਸੁਣਨਾ ਚਾਹੀਦਾ ਹੈ, ਸਾਨੂੰ ਮਨ ਵਿੱਚ ਪਿਆਰ ਰੱਖਣਾ ਚਾਹੀਦਾ ਹੈ, ਮਨ ਰੱਖੀਏ ਭਾਓ। ਉੱਤਮ ਪੁਰਖ ਬਹੁਵਚਨ ਦੀ ਕਿਰਿਆ ਦੀ ਨਿਸ਼ਾਨੀ ਹੈਗੀ ਹੈ, ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦੁਲਾਵਾਂ ਲੱਗੀਆਂ ਹੋਣਗੀਆਂ। ਜਿਹਨੇ ਸਕਰੀਨਸ਼ਾਟ ਲੈਣਾ ਲੈ ਵੀ ਸਕਦਾ ਹੈ, ਇਹ ਸਮਝਣਾ ਬਹੁਤ ਈਜ਼ੀ ਹੈ। ਤੇ ਬਾਕੀ ਦੇ ਖਾਨੇ ਵੀ ਹਜੇ ਮੈਂ ਭਰਨੇ ਨੇ, ਨਹੀਂ ਭਰੇ ਹੈਗੇ, ਟਾਈਮ ਨਹੀਂ ਸੀ ਮਿਲਿਆ ਮੈਨੂੰ। ਇਹਦੇ ਨਾਲ ਮੈਂ ਗੁਰਬਾਣੀ ਦੀਆਂ ਤੁਕਾਂ ਵੀ ਦੇਣੀਆਂ ਨੇ, ਕਿਉਂਕਿ ਅਜੇ ਗ੍ਰਾਫ ਅਧੂਰਾ, ਪੂਰਾ ਨਹੀਂ ਬਣਿਆ। ਹੁਣ ਦੇਖੋ, ਉੱਪਰ ਮੱਧਮ ਪੁਰਖ ਤੇ ਇੱਕ ਵਚਨ, ਮੱਧਮ ਪੁਰਖ ਦੇ ਥੱਲੇ ਤੇ ਇੱਕ ਵਚਨ ਦੇ ਤੁਸੀਂ ਸੱਜੇ ਹੱਥ ਜਾ ਕੇ ਦੇਖੋ, ਭਵਿੱਖਤ ਕਾਲ ਆ ਗਿਆ, ਬਿਹਾਰੀ ਤੇ ਜੱਜੇ ਨੂੰ ਦਲਾਵਾਂ। ਉੱਤਮ ਪੁਰਖ ਚ ਬਿਹਾਰੀ ਤੇ ਐੜੇ ਨੂੰ ਦਲਾਵਾਂ ਸੀ, ਮੱਧਮ ਪੁਰਖ ਵਿੱਚ ਬਿਹਾਰੀ ਤੇ ਜੱਜੇ ਨੂੰ ਦਲਾਵਾਂ ਨੇ। ਬਸ ਇੰਨਾ ਫਰਕ ਹੈਗਾ। ਤੇ ਇਹ ਪ੍ਰਮਾਣ ਅਸੀਂ ਹੁਣੇ ਹਜੇ ਪੜ੍ਹ ਕੇ ਗਏ ਹੈਗੇ ਆ ਕਿ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਖੈਰ ਦੇ, ਭਾਵ ਖੈਰ ਅਸੀਂ ਸਤਿਕਾਰ ਨਾਲ ਦਿਓ ਕਹਿ ਦਿੰਦੇ ਆ ਕਿ ਖੈਰ ਦਿਓ। ਸ਼ੇਖ ਫਰੀਦਾ ਖੈਰ ਦੀਜੈ, ਤੂੰ ਖੈਰ ਦੇ, ਮੱਧਮ ਪੁਰਖ ਇੱਕ ਵਚਨ, ਤੂੰ ਮੈਨੂੰ ਭੀਖ ਦੇ, ਕਿਹੜੀ ਬੰਦਗੀ ਦੀ। ਜਾਂ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ, ਡੁੱਬਦਾ ਪੱਥਰ ਕੱਢ ਲੈ, ਤੂੰ ਕੱਢ ਲੈ, ਤੂੰ ਇੱਕ ਹੈ ਤੇ ਤੂੰ ਮੱਧਮ ਪੁਰਖ ਹੈ, ਭਾਵ ਤੂੰ ਕੱਢ ਲੈ। ਭਵਿੱਖਤ ਕਾਲ ਦੀ ਇੱਥੇ ਗੱਲ ਹੈ ਵੀ ਆਉਣ ਵਾਲੇ ਸਮੇਂ ਤੂੰ ਮੇਰੇ ਵਰਗੇ ਡੁੱਬਦੇ ਪੱਥਰ ਨੂੰ ਕੱਢ ਲੈ, ਭਾਵ ਕੱਢ ਲਓ। ਹੁਣ ਆ ਮੱਧਮ ਪੁਰਖ ਦਾ ਆ ਗਿਆ ਹੈਗਾ। ਅਨਯ ਪੁਰਖ ਦੇ ਅਸੀਂ ਪਿੱਛੇ ਕਰਕੇ ਗਏ ਆ, ਅਨਯ ਪੁਰਖ ਇੱਕ ਵਚਨ ਦੇ ਵਿੱਚ ਅਸੀਂ ਕਰਕੇ ਗਏ ਆ ਵਰਤਮਾਨ ਕਾਲ ਦੇ, ਤੇ ਔਰ ਅੱਗੋਂ ਵੀ ਅਸੀਂ ਕਰ ਰਹੇ ਹੈਗੇ ਆ। ਮੈਂ ਪਿੱਛੇ ਤੁਹਾਨੂੰ ਮਾੜਾ ਜਿਹਾ ਦੱਸ ਦੇਣਾ, ਉੱਤਮ ਪੁਰਖ ਦੇ ਟੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ, ਟੋਟ ਨਾ ਆਵੇ, ਨਹੀਂ ਟੋਟਾ ਆਉਂਦਾ ਉਹਨੂੰ, ਟੋਟਾ ਨਹੀਂ ਆਉਂਦਾ ਉਹਨੂੰ, ਟੋਟਾ ਨਹੀਂ ਲੱਗਦਾ। ਅਨਯ ਪੁਰਖ ਵਰਤਮਾਨ ਕਾਲ ਅਸੀਂ ਕਰਕੇ ਗਏ ਆ, ਕਿਰਿਆ ਦੇ ਅਖੀਰ ਤੇ ਸਿਰਫ ਦੁਲਾਵਾਂ ਲੱਗੀਆਂ ਨੇ, ਹੋਰ ਕੁਛ ਨਹੀਂ। ਆਵੇ ਬਾਬਿਨ ਦੁਲਾਵਾਂ, ਸਦਾ ਸਦਾ ਹਰ ਧਿਆਈਐ, ਕਿਛ ਬਿਗਨ ਨਾ ਲੱਗੈ, ਗੱਗੇ ਨੂੰ ਦੁਲਾਵਾਂ ਲੱਗੀਆਂ, ਲੱਗਦਾ ਹੈ ਕੋਈ ਬਿਗਨ ਨਹੀਂ ਲੱਗਦਾ ਹੈ, ਕਿਛ ਬਿਗਨ ਨਾ ਲੱਗੈ, ਉਹਨੂੰ ਕੋਈ ਬਿਗਨ ਨਹੀਂ ਲੱਗਦਾ ਹੈ। ਅਨਯ ਪੁਰਖ ਇੱਕ ਵਚਨ ਨੂੰ। ਫਿਰ ਅਸੀਂ ਭਵਿੱਖਤ ਕਾਲ ਦਾ ਵੀ ਕਰਕੇ ਗਏ ਹਾਂ, ਤੇ ਅਸੀਂ ਵਰਤਮਾਨ ਕਾਲ, ਭਵਿੱਖਤ ਕਾਲ ਦਾ ਅਸੀਂ ਕਰਕੇ ਗਏ ਸੀਗੇ ਕਿ ਕਿਰਿਆ ਦੇ ਅਖੀਰ ਤੇ ਸਿਹਾਰੀ ਤੇ ਅੱਗੇ ਲੱਗ ਜਾਂਦਾ ਵਾ ਹਾਹੇ ਨੂੰ ਦੁਲਾਵਾਂ। ਰੇ ਮਨ ਕੌਣ ਗੱਤ ਹੋਏ ਹੈ ਤੇਰੀ, ਕੀੜੀ ਨੂੰ ਸਿਹਾਰੀ ਲੱਗ ਗਈ, ਅੱਗੇ ਹਾਹੇ ਨੂੰ ਦੁਲਾਵਾਂ ਲੱਗ ਗਈਆਂ। ਹੋਏ ਹੈ ਉਹ ਹੋਵੇਗਾ,
ਉਹ ਹੋਵੇਗੀ। ਇਸੇ ਤਰ੍ਹਾਂ ਕਰ ਹੈ ਰਾਮ ਹੋਏ ਹੈ ਸੋਏ, ਜਾਂ ਅਸੀਂ ਪੜ੍ਹਦੇ ਹਾਂ ਆਜ ਕਾਲ ਫੁੱਲ ਤੋਹੇ ਗ੍ਰਸ ਹੈ। ਗ੍ਰਸ ਦੇ ਸੱਸੇ ਨੂੰ ਸਿਹਾਰੀ ਲੱਗੀ, ਅੱਗੇ ਹਾਹੇ ਨੂੰ ਦਲਾਵਾਂ ਲੱਗ ਗਈਆਂ। ਗ੍ਰਸ ਹੈ ਭਾਵ ਉਹ ਗ੍ਰਸੇਗਾ। ਇਹ ਨਿਸ਼ਾਨੀਆਂ ਹੁੰਦੀਆਂ ਨੇ ਕਿਰਿਆ ਨੂੰ ਦੇ ਅਰਥ ਕਰਨ ਵਾਸਤੇ। ਜਿੱਥੇ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਂ ਆ ਗਈ, ਉੱਥੇ ਉੱਤਮ ਪੁਰਖ ਬਹੁਵਚਨ ਹੈ। ਜਿੱਥੇ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਜੱਜੇ ਨੂੰ ਦਲਾਵਾਂ ਆ ਗਈਆਂ, ਉੱਥੇ ਮੱਧਮ ਪੁਰਖ ਇੱਕ ਵਚਨ ਹੈ। ਜਿੱਥੇ ਕਿਰਿਆ ਦੇ ਅਖੀਰ ਤੇ ਕੱਲੀਆਂ ਦਲਾਵਾਂ ਆ ਗਈਆਂ, ਉੱਥੇ ਅੰਨ੍ਯ ਪੁਰਖ ਇੱਕ ਵਚਨ ਹੈ ਵਰਤਮਾਨ ਕਾਲ ਦਾ। ਤੇ ਜਿੱਥੇ ਕਿਰਿਆ ਦੇ ਅਖੀਰ ਤੇ ਸਿਹਾਰੀ ਆ ਗਈ ਆਖਰੀ ਅੱਖਰ ਨੂੰ, ਅੱਗੇ ਹੈ ਆ ਗਿਆ, ਉੱਥੇ ਅੰਨ੍ਯ ਪੁਰਖ ਇੱਕ ਵਚਨ ਦਾ ਭਵਿਖਤ ਕਾਲ ਹੈਗਾ। ਤੇ ਵਰਤਮਾਨ ਕਾਲ ਕਿਵੇਂ ਬਣਦਾ? ਅਸੀਂ ਉਹ ਪਿੱਛੇ ਕਰਕੇ ਗਏ ਆ। ਹਾਹੇ ਨੂੰ ਸਿਹਾਰੀ ਲੱਗ ਜਾਂਦੀ ਹੈ। ਗਾਵੇਂ ਉਹਨੋਂ, ਗਾਵੇਂ ਗਾਉਂਦੇ ਹਨ, ਉਹ ਪਾਉਂਦੇ ਹਨ। ਠੀਕ ਹੈ ਜੀ। ਹਾਂਜੀ, ਹੁਣ ਆਪਾਂ ਅਗਲਾ ਚੈਪਟਰ ਕਰੀਏ ਜੀ। ਇਹ ਸਮਝਣ ਵਾਸਤੇ ਸੀ ਸਿਰਫ। ਹੁਣ ਆਗੇ ਜੀ, ਕਰਮਣੀ ਵਾਚ ਵਰਤਮਾਨ ਕਾਲ ਅੰਨ੍ਯ ਪੁਰਖ ਇੱਕ ਵਚਨ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਇਹਨੂੰ ਐਵੇਂ ਨਹੀਂ ਪੜ੍ਹਨਾ ਹੈਗਾ, ਐਵੇਂ ਵੀ ਨਹੀਂ ਪੜ੍ਹਨਾ, ਐਵੇਂ ਵੀ ਨਹੀਂ ਪੜ੍ਹਨਾ। ਇਹਨੂੰ ਪੜ੍ਹਨਾ ਐਵੇਂ, ਵਾਵੇ ਦੇ ਨਾਲ ਬਿੰਦੀ ਲੱਗੇਗੀ। ਇੰਜ, ਜਿਹਨੂੰ ਅਸੀਂ ਇੰਜ ਕਹਿੰਦੇ, ਐਵੇਂ ਵੀ ਐਵੇਂ ਗੱਲ ਬਣਨੀ। ਇਵੇਂ, ਇਵੇਂ ਦਾ ਬਣਿਆ ਐਵੇਂ, ਈੜੀ ਨੂੰ ਸਿਹਾਰੀ ਦੀ ਥਾਂ ਤੇ ਇੱਥੇ ਲਾਣ ਲੱਗ ਗਈ। ਐਵੇਂ, ਇੰਜ ਨਾਨਕ ਐਵੇਂ ਜਾਣੀਏ, ਏਦਾਂ ਜਾਣਿਆ ਜਾਂਦਾ ਹੈ। ਸਭ ਆਪੇ ਸਚਿਆਰ, ਏਦਾਂ ਜਾਣਿਆ ਜਾਂਦਾ ਹੈ। ਇਹ ਹੈਗੇ ਪੈਸਿਵ ਵਾਇਸ, ਕਰਮਣੀ ਵਾਚ ਜਿਹਨੂੰ ਅਸੀਂ ਕਹਿੰਦੇ ਆ। ਤੇ ਮਤਲਬ ਐਕਟਿਵ ਵਾਇਸ ਤੋਂ ਇਹ ਉਲਟ ਹੈਗੇ ਨੇ ਇਹ। ਔਰ ਜਾਣੀਏ ਬਿਹਾਰੀ ਵਾਲਾ ਤੇ ਜਾਣਿਏ ਸਿਹਾਰੀ ਵਾਲਾ ਅੱਗੇ ਆ ਜਾਏਗਾ। ਇਹ ਦੋਨਾਂ ਦਾ ਧਿਆਨ ਰੱਖਣਾ, ਮੈਂ ਤਾਂ ਹੀ ਦੋਨੋਂ ਥੱਲੇ ਰੱਖੇ ਨੇ, ਮੈਂ ਅਗਲੇ ਚੈਪਟਰ ਤੁਹਾਨੂੰ ਦਿਖਾਵਾਂਗਾ। ਉਹ ਭਾਵ ਇਸ ਤਰ੍ਹਾਂ ਜਾਣਿਆ ਜਾਂਦਾ ਹੈ। ਸਤਿਗੁਰ ਤੇ ਸੱਚ ਪਛਾਣੀਐ, ਸੱਚ ਸਹਿਜ ਸਮਾਣੀ। ਸਤਿਗੁਰ ਤੇ ਸੱਚ ਪਛਾਣੀਐ ਭਾਵ ਸੱਚ ਪਛਾਣਿਆ ਜਾਂਦਾ ਹੈ। ਇਹ ਤਰ੍ਹਾਂ ਪਤ ਪਵੜੀਆਂ ਚੜੀਐ ਹੋਈ 21, ਚੜੀਐ ਇਸ ਤਰ੍ਹਾਂ ਚੜਿਆ ਜਾਂਦਾ ਹੈ। ਔਰ ਇਹਦੀ ਖੂਬੀ ਯਾਦ ਰੱਖਿਓ, ਹੁਕਮੀ ਭਵਿਖਤ ਕਾਲ ਉੱਤਮ ਪੁਰਖ ਬਹੁਵਚਨ ਦਾ ਤੇ ਵਰਤਮਾਨ ਕਾਲ ਕਰਮਣੀ ਵਾਚ ਦਾ, ਇਹਨਾਂ ਦੀ ਨਿਸ਼ਾਨੀ ਇੱਕੋ ਹੀ ਹੈ। ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਵਾਂ ਆਣਗੀਆਂ। ਇਹ ਦੋਨਾਂ ਦੀ ਸਿਮਿਲੈਰਿਟੀ ਹੈਗੀ ਹੈ, ਦੋਨੋਂ ਇੱਕੋ ਜਿਹੇ ਨੇ। ਮੈਂ ਫਿਰ ਗ੍ਰਾਫ ਜਦੋਂ ਪਾਵਾਂਗਾ ਉਦੋਂ ਤੁਹਾਨੂੰ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿਆਂਗਾ। ਨਾਨਕ ਹਾਂ ਇਹ ਤਰ੍ਹਾਂ ਪਤ ਪਵੜੀਆਂ ਚੜੀਐ, ਇਸ ਤਰ੍ਹਾਂ ਚੜਿਆ ਜਾਂਦਾ ਹੈ। ਹੋਏ 21 ਹੋ ਕੇ ਚੜਿਆ ਜਾਂਦਾ ਹੈ। ਨਾਨਕ ਨਦਰੀ ਪਾਈਐ, ਇੱਥੇ ਫਿਰ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਵਾਂ ਆ ਗਈਆਂ। ਇਹ ਹੁਣ ਪੈਸਿਵ ਵਾਇਸ ਬਣ ਗਿਆ। ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ। ਪਾਈਐ ਭਾਵ ਇਸ ਤਰ੍ਹਾਂ ਪਾਈਦਾ ਹੈ, ਪ੍ਰਭੂ ਦੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਪਾਈਦਾ ਹੈ। ਤਿੱਥੈ ਘੜੀਐ, ਤਿੱਥੈ ਘਾੜ ਤੇ ਘੜੀਐ ਬਹੁਤ ਅਨੂਪ। ਉੱਥੇ ਇਸ ਤਰ੍ਹਾਂ ਘੜੀਦਾ ਹੈ, ਉਸ ਅਵਸਥਾ ਦੇ ਵਿੱਚ, ਉਸ ਖੰਡ ਦੇ ਵਿੱਚ ਇਸ ਤਰ੍ਹਾਂ ਘੜੀਦਾ ਹੈ ਬਹੁਤ ਅਨੂਪ, ਜਿੱਥੇ ਉਪਮਾ ਹੀ ਨਹੀਂ ਕੀਤੀ ਜਾ ਸਕਦੀ। ਘੜੀ ਹੈ। ਹੁਣ ਇਸੇ ਦਾ ਹੀ ਦੂਜਾ ਰੂਪ ਕੀ ਆ ਗਿਆ? ਪਹਿਲਾਂ ਤਾਂ ਅਸੀਂ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਵਾਂ, ਹੁਣ ਡਾਇਰੈਕਟ ਦਲਾਵਾਂ ਲੱਗ ਗਈਆਂ ਕਿਰਿਆ ਦੇ ਅਖੀਰ ਤੇ। ਚਰਨ ਕਮਲ ਜਾਕਾ ਮਨ ਰਾਪੈ ਭਾਵ ਉਹਦਾ ਮਨ ਰੰਗਿਆ ਜਾਂਦਾ ਹੈ। ਚਰਨਾ ਕਮਲਾਂ ਵਿੱਚ ਜਿਸ ਦਾ ਮਨ ਰੰਗਿਆ ਜਾਂਦਾ ਹੈ। ਚਰਨ ਕਮਲ ਜਾਕਾ ਮਨ ਰਾਪੈ, ਪੱਪੇ ਨੂੰ ਦੁਲਾਵਾਂ ਆ ਗਈਆਂ, ਕਿਰੇ ਦੇ ਅਖੀਰ ਤੇ ਦੁਲਾਵਾਂ ਆ ਗਈਆਂ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਧੋਪੈ ਕੀ ਧੋਇਆ ਜਾ ਸਕਦਾ ਹੈ, ਭਾਵ ਮਿੱਟੀ ਦਾ ਕੀ ਧੋਇਆ ਜਾ ਸਕਦਾ ਹੈ? ਮਿੱਟੀ ਨੂੰ ਤੇ ਜਿੰਨਾ ਮਰਜ਼ੀ ਧੋਈ ਜਾਓ, ਉਹਨੇ ਫਿਰ ਵੀ ਮੈਲੀ ਦੀ ਮੈਲੀ ਰਹਿਣਾ, ਮਿੱਟੀ ਕਦੀ ਸਾਫ਼ ਨਹੀਂ ਹੁੰਦੀ। ਮਾਨਸ ਕੀ ਗਤ ਇਹੀ, ਆ ਮਨੁੱਖ ਦੀ ਹਾਲਤ ਹੈ। ਅਸੀਂ ਵੀ ਮਿੱਟੀ ਦੇ ਪੁਤਲੇ ਹਾਂ, ਕਬੀਰ ਮਾਟੀ ਕੇ ਹਮ ਪੁਤਲੇ। ਅਸੀਂ ਵੀ ਕਿਵੇਂ ਸਾਫ਼ ਹੋ ਸਕਦੇ ਹਾਂ, ਭਾਵ ਅਸੀਂ ਵੀ ਸਾਫ਼ ਨਹੀਂ ਹੋ ਪਾ ਰਹੇ। ਮਾਟੀ ਕਾ ਕਿਆ ਧੋਪੈ ਸੁਆਮੀ, ਮਿੱਟੀ ਦਾ ਕੀ ਧੋਇਆ ਜਾ ਸਕਦਾ ਹੈ?
ਭਾਵ ਕੁਛ ਨਹੀਂ ਧੋਤਾ ਜਾ ਸਕਦਾ, ਮਾਨਸ ਕੀ ਗਤ ਇਹੀ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। हे ਨਾਨਕ ਭਗਤੀ ਜੇ ਰਪੈ, ਇੱਥੇ ਜੇ ਪਾਠ ਭਗਤੀ ਆਵੇ ਤੇ ਜ਼ਿਆਦਾ ਸ਼ੁੱਧ ਲੱਗੇਗਾ। ਭਗਤੀ ਵਿੱਚ, ਭਗਤੀ ਜੇ ਰਪੈ, ਭਗਤੀ ਦੇ ਵਿੱਚ ਜੇ ਰਪੈ ਮੈਨੇ ਜੇ ਰੰਗਿਆ ਜਾਏ, ਕੂੜੈ ਸੋਏ ਨਾ ਕੋਏ, ਉੱਥੇ ਫਿਰ ਝੂਠ ਦੀ ਸ਼ੋਭਾ ਨਹੀਂ ਹੁੰਦੀ। ਝੂਠ ਦੀ ਸ਼ੋਭਾ, ਇੱਥੇ ਸੋਏ ਦਾ ਮਤਲਬ ਖਬਰ ਭਾਵ ਲੇਸ਼ ਮਾਤਰ ਵੀ ਨਹੀਂ ਹੁੰਦਾ, ਕਲੰਕ ਨਹੀਂ ਹੁੰਦਾ ਕੂੜ ਦਾ, ਉਹ ਕੂੜ ਦੇ ਕਲੰਕ ਤੋਂ ਬਚ ਜਾਂਦਾ ਹੈ। ਰਪੈ ਜੇ ਰੰਗਿਆ ਜਾਵੇ, ਇਹ ਸੀ ਪੈਸਿਵ ਵਾਇਸ। ਜਦੋਂ ਮੈਂ ਗੁਰਬਾਣੀ ਗ੍ਰਾਮਰ ਕੋਰਸ ਕਰਾਉਣਾ, ਮੈਂ ਹਰ ਇੱਕ ਨੂੰ ਇੱਕ ਨਾ ਤਰਤੀਬ ਦੇ ਦਿੰਦਾ ਹੁੰਦਾ। ਜਿਵੇਂ ਗੁਰਬਾਣੀ ਦੀ ਕਿਤਾਬ ਬਹੁਤ ਵਧੀਆ ਲਿਖੀ ਹੈ, ਲਗਾ ਦੇ ਆਧਾਰਿਤ ਹੈਗੀ ਹੈ, ਜਿਵੇਂ ਕੰਨਾ, ਸਿਆਰੀ, ਬਿਆਰੀ, ਔਂਕੜ ਦੀਆਂ ਗੱਲਾਂ। ਤੇ ਜਿਹੜਾ ਇੱਕ ਮੈਂ ਜਿਹੜਾ ਕੋਰਸ ਤਿਆਰ ਕੀਤਾ ਹੈਗਾ, ਉਹ ਹੈਗਾ ਉਹਦੇ ਉੱਤੇ ਆਧਾਰਿਤ ਹੈਗਾ ਵੈ, ਪੁਲਿੰਗ, ਇਸਤਰੀ ਲਿੰਗ, ਇਸ ਤਰ੍ਹਾਂ ਦੇ ਆਧਾਰਿਤ, ਇਸਤਰੀ ਲਿੰਗ ਪੁਲਿੰਗ ਦੇ ਆਧਾਰਿਤ ਉੱਤੇ ਉਹ ਬਣਿਆ ਹੋਇਆ ਵੈ। ਤੇ ਨਾਲ ਉਹ ਕਾਲਾਂ ਦੇ ਆਧਾਰਿਤ ਬਣਿਆ, ਭੂਤਕਾਲ, ਭਵਿੱਖਕਾਲ, ਵਰਤਮਾਨ ਕਾਲ। ਕਿਰਿਆ ਨੂੰ ਸਮਝਣਾ ਹੋਵੇ ਤੇ ਉਹ ਬੜਾ ਸੌਖਾ ਤਰੀਕਾ ਬਣ ਜਾਂਦਾ ਇੱਕ। ਹਾਂਜੀ, ਹੁਣ ਜੀ ਇਹ ਛੱਡ ਕੇ ਇਹ ਵਾਲਾ ਪੰਜਵਾਂ ਪਦਾ, ਹੁਣ ਸਾਡਾ ਇੱਕ ਹੋਰ ਰਹਿੰਦਾ ਦਲਾਂ ਵਾਲਾ, ਪਹਿਲਾਂ ਉਹ ਕਰ ਲਈਏ ਅਸੀਂ ਕਿਰਿਆ ਦਾ। ਆਖਰੀ ਕਿਰਿਆ ਦਾ ਕਰ ਲਓ ਜੀ। ਦੁਲਾਈਆਂ ਕਿਰਿਆ ਦੇ ਅੰਤ ਵਿੱਚ ਕਾਰਣਿਕ ਅਰਥਾਂ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਨੇ। 6 ਨੰਬਰ, 5 ਨੰਬਰ ਫਿਰ ਬਾਅਦ ਚੋਂ ਕਰਾਂਗੇ ਕਿਉਂਕਿ ਡਿਫਰੈਂਟ ਸਬਜੈਕਟ ਆ ਗਿਆ, ਉਹ ਆਪਾਂ ਕਿਰਿਆ ਕਰ ਰਹੇ ਹਾਂ ਹਜੇ। ਹਾਂਜੀ, ਦੁਲਾਈਆਂ ਕਿਰਿਆ ਦੇ ਅੰਤ ਵਿੱਚ ਕਾਰਣਿਕ ਅਰਥਾਂ ਵਿੱਚ ਵੀ ਵਰਤੀਆਂ ਜਾਂਦੀਆਂ ਨੇ। ਕਾਰਣਿਕ ਦਾ ਮਤਲਬ ਕੀ ਹੁੰਦਾ ਵੈ? ਕਾਰਣਿਕ ਕਾਰਨ ਲਫ਼ਜ਼ ਤੋਂ ਬਣਿਆ, ਭਾਵ ਜਿਸ ਦਾ ਕਾਰਨ ਇਹ ਹੈ, ਜਿਸ ਦਾ ਕਾਰਨ ਇਹ ਹੈ, ਕਾਰਣਿਕ ਅਰਥ ਉਹਨੂੰ ਕਹਿੰਦੇ ਨੇ। ਜਿਵੇਂ ਸੁਣਿਆ, ਕਾਰਨ ਕੀ ਹੈ? ਸੁਣਨ ਦੇ ਨਾਲ। ਹੁਣ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਏਗਾ, ਦੁੱਖ ਪਾਪ ਦਾ ਨਾਸ਼, ਦੁੱਖ ਪਾਪਾਂ ਦਾ ਨਾਸ਼ ਹੋ ਜਾਏਗਾ, ਪਰ ਕਿਵੇਂ ਹੋਏਗਾ? ਕਾਰਨ ਕੀ ਹੈ? ਕਾਰਨ ਇਹ ਹੈ ਸੁਣਿਆ, ਸੁਣਨ ਨਾਲ। ਸੁਣਨ ਨਾਲ ਜਿਹੜਾ ਕਾਰਨ ਹੈ, ਇਸ ਕਰਕੇ ਇਹਨੂੰ ਕਾਰਣਿਕ ਅਰਥ ਕਿਹਾ ਜਾਂਦਾ ਹੈ। ਕਾਰਨ ਕੀ ਹੈ ਦੁੱਖ ਪਾਪ ਨਾਸ਼ ਹੋਣ ਦਾ? ਕਿ ਅਸੀਂ ਨਾਮ ਨੂੰ ਸੁਣਿਆ, ਜਾਂ ਰੱਬੀ ਗੁਣਾਂ ਨੂੰ, ਗੁਰੂ ਦੇ ਹੁਕਮ ਨੂੰ ਸੁਣਿਆ। ਸੁਣਿਆ ਦੁੱਖ ਪਾਪ ਦਾ ਨਾਸ਼, ਸੁਣਿਆ। ਹੁਣ ਇੱਥੇ ਧਿਆਨ ਰੱਖਿਓ, ਜਿਹੜੀ ਖਾਸ ਕਰਕੇ ਇਹ ਅਸੀਂ ਅਕਸਰ ਪੌੜੀ ਪੜ੍ਹਦੇ ਹੈਗੇ ਆ ਸੁਣਿਆ ਦੀਆਂ, ਮੈਂ ਉਦਾਹਰਨ ਦੇ ਦਿੰਦਾ ਇੱਕ ਮਿੰਟ। ਜਿਵੇਂ ਸੁਣਿਆ ਸਿੱਧ ਪੀਰ ਸੁਰਨਾਥ, ਆਮ ਤੌਰ ਤੇ ਅਰਥ ਕੀਤੇ ਜਾਂਦੇ ਨੇ ਵੀ ਬਾਣੀ ਨੂੰ ਸੁਣਨ ਦੇ ਨਾਲ ਸਿੱਧਾ ਪੀਰਾਂ ਵਾਲੀ ਅਵਸਥਾ ਮਿਲ ਜਾਂਦੀ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਭਾਵ ਇਹ ਅਵਸਥਾ ਆ ਜਾਂਦੀ ਹੈਗੀ ਹੈ। ਪਰ ਜੀ ਧਿਆਨ ਨਾਲ ਸਮਝੋ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਲਾਹ ਹਨਮੰਦ, ਜਿੱਥੇ ਸੁਣਨ ਦੇ ਨਾਲ ਸਿੱਧਾ ਪੀਰਾਂ ਦੀ ਅਵਸਥਾ ਆ ਜਾਂਦੀ ਹੈ, ਇਹਦਾ ਮਤਲਬ ਸਿੱਧ ਪੀਰ ਬੜੇ ਮਹਾਨ ਨੇ। ਫਿਰ ਕਿ ਬਾਣੀ ਨੂੰ ਸੁਣਨ ਨਾਲ, ਰੱਬ ਦੇ ਨਾਮ ਨੂੰ ਸੁਣਨ ਨਾਲ ਸਿੱਧ ਪੀਰ ਸੁਰਨਾਥ ਦੀ ਅਵਸਥਾ ਮਿਲ ਜਾਂਦੀ। ਸੁਣਿਆ ਸਿੱਧ ਪੀਰ ਸੁਰਨਾਥ, ਇਹਦਾ ਮਤਲਬ ਸਿੱਧ ਪੀਰ ਜਿਹੜੇ ਬੜੇ ਮਹਾਨ ਨੇ। ਗੁਰਬਾਣੀ ਤੇ ਸਿੱਧਾ ਪੀਰਾਂ ਨੂੰ ਮਾਨਤਾ ਦਿੰਦੀ ਨਹੀਂ। ਗੁਰਬਾਣੀ ਤੇ ਕਹਿੰਦੀ ਹੈ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਸਿੱਧਿਆਂ ਨੂੰ ਪ੍ਰਵਾਨ ਹੀ ਨਹੀਂ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸਿਆ ਮਨਾਏ। ਰਿੱਧਾਂ ਬਾਰੇ ਗੁਰੂ ਸਾਹਿਬ ਕਹਿੰਦੇ ਰਿੱਧੀਆਂ ਬਾਰੇ ਕਿ ਰਿੱਧੀਆਂ ਸਿੱਧੀਆਂ ਤੇ ਮੋਹ ਹੈਗੀਆਂ ਨੇ। ਰਿੱਧ ਸਿੱਧ ਅਵਰਾ ਸਾਧ ਕਿਤੇ ਫੋਕੇ ਸਵਾਦ ਨੇ, ਬਲਕਿ ਪ੍ਰਭੂ ਦੇ ਨਾਮ ਜਪਣ ਵਾਲੇ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ। ਨਾਮ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਹੁਣ ਇਹਦਾ ਅਰਥ ਕੀ ਹੋਏਗਾ? ਸੁਣਿਆ ਸਿੱਧ ਪੀਰ ਸੁਰਨਾਥ, ਕੀ ਨਾਮ ਨੂੰ ਸੁਣਨ ਨਾਲ ਜਾਂ ਗੁਰੂ ਦੇ ਗਿਆਨ ਨੂੰ ਸੁਣਨ ਨਾਲ ਸਿੱਧਾ ਪੀਰਾਂ ਸੁਰਾਂ ਨਾਥਾਂ ਦੀ ਅਵਸਥਾ ਮਿਲ ਜਾਂਦੀ ਹੈ। ਸੁਰਾਂ ਨਾਥਾਂ ਸਿੱਧਾ ਪੀਰਾਂ ਨੂੰ ਤੇ ਗੁਰਮਤਿ ਨੇ ਪ੍ਰਵਾਨ ਹੀ ਨਹੀਂ ਕੀਤਾ ਹੈਗਾ। ਜਾਂ ਸੁਣਿਆ ਸਿੱਧ ਈਸ਼ਰ ਬਰਮਾ ਇੰਦ, ਕਿ ਸੁਣਨ ਦੇ ਨਾਲ ਈਸ਼ਰ ਮੈਨੇ ਸ਼ਿਵ ਦੀ ਅਵਸਥਾ ਮਿਲ ਜਾਂਦੀ ਹੈ, ਬ੍ਰਹਮਾ ਦੀ ਅਵਸਥਾ ਮਿਲ ਜਾਂਦੀ ਹੈ, ਇੰਦਰ ਦੀ ਅਵਸਥਾ ਮਿਲ ਜਾਂਦੀ ਹੈ। ਹੁਣ ਇਹ ਚੰਗੇ ਲੋਕ ਤੇ ਹੈ ਨਹੀਂ ਸੀ। ਇਹ ਇਹਨਾਂ ਨੂੰ ਗੁਰੂ ਸਾਹਿਬ ਨੇ ਤੇ ਬੜਾ ਸਪਸ਼ਟ ਕੀਤਾ, ਬ੍ਰਹਮਾ ਬਾਰੇ ਵੀ ਸਪਸ਼ਟ ਕੀਤਾ ਕਿ ਕਪਾਲ ਕਰਮ ਕਰ ਕਪਾਲ ਮੈਂ ਵੀ ਟਸਰੀ। ਉਹਨੂੰ ਬ੍ਰਹਮ ਹੱਤਿਆ ਲੱਗ ਗਈ, ਬ੍ਰਹਮਾ ਨੂੰ, ਬ੍ਰਹਮਾ ਦੀ ਹੱਤਿਆ ਸ਼ਿਵ ਨੂੰ ਲੱਗ ਗਈ। ਕਿ ਬ੍ਰਹਮਾ ਨੇ ਜੋ ਕੁਝ ਕੀਤਾ, ਉਹਦੀ ਜਿਹੜੀ ਬ੍ਰਹਮ ਹੱਤਿਆ ਸ਼ਿਵ ਨੇ ਉਹਦਾ ਸਿਰ ਉਤਾਰਿਆ ਤੇ ਉਹਨੂੰ ਸ਼ਿਵ ਨੂੰ ਬ੍ਰਹਮ ਹੱਤਿਆ ਲੱਗ ਗਈ। ਜਦੋਂ ਅਸੀਂ ਪੜ੍ਹਦੇ ਹਾਂ ਸ਼ਬਦ ਹੈਗਾ ਇਹ, ਹਾਂਜੀ, ਜਦੋਂ ਅਸੀਂ ਆਹ ਸ਼ਬਦ ਪੜ੍ਹਦੇ ਹੈਗੇ ਆ ਕਿ ਅਨਿਕ ਪਾਤਿਕ ਹਰਤਾ ਤ੍ਰਿਭੁਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰੀ ਕਰਮ ਕਰ ਕਪਾਲ ਮਫੀ ਟਸਰੀ, ਕਿ ਬ੍ਰਹਮਾ ਆਪਣੀ ਧੀ ਦੇ ਉੱਪਰ ਮੋਹਿਤ ਹੋ ਗਿਆ ਸੀਗਾ।
ਉਹਦਾ ਸਿਰ ਲਾਣਾ ਪਿਆ ਸ਼ਿਵ ਜੀ ਨੂੰ। ਹੁਣ ਬ੍ਰਹਮਾ ਅਵਸਥਾ ਨਹੀਂ ਹੈਗੀ, ਈਸ਼ਰ ਬ੍ਰਹਮਾ ਇੰਦਰ ਦੀ ਅਵਸਥਾ। ਇੰਦਰ ਬਾਰੇ ਤੇ ਗੁਰੂ ਸਾਹਿਬ ਕਹਿੰਦੇ ਨੇ, ਗੌਤਮ ਤਪਾ ਅਹਲਿਆ ਇਸਤਰੀ ਤਸਦੇਖ ਇੰਦਰ ਲੁਭਾਇਆ, ਸਹਿ ਸ੍ਰੀ ਚੈਨ ਭਾਗੋਈ ਤਾਮਨ ਪਛੁਤਾਇਆ। ਮਤਲਬ ਇੱਥੇ ਇਹਦਾ ਮਤਲਬ ਇਹ ਨਹੀਂ ਕਿ ਈਸ਼ਰ ਦੀ, ਬ੍ਰਹਮਾ ਦੀ ਜਾਂ ਇੰਦਰ ਦੀ ਪਦਵੀ ਮਿਲ ਜਾਂਦੀ ਹੈ, ਇਹ ਗਲਤ ਹੈ। ਇਹਦਾ ਅਰਥ ਇਸ ਤਰ੍ਹਾਂ ਜ਼ਿਆਦਾ ਟੁਕੇਗਾ ਕਿ ਜਦੋਂ ਅਸੀਂ ਗੁਰਬਾਣੀ ਸੁਣਾਂਗੇ, ਗੁਰੂ ਦੇ ਗਿਆਨ ਨੂੰ ਸਮਝਾਂਗੇ, ਸਾਨੂੰ ਉਹਨਾਂ ਲੋਕਾਂ ਦੀ ਅਸਲੀਅਤ ਪਤਾ ਲੱਗ ਜਾਏਗੀ ਕਿ ਈਸ਼ਰ ਬ੍ਰਹਮਾ ਇੰਦਰ ਕਿੱਥੇ ਕੁ ਖੜੇ ਨੇ, ਉਹ ਕਿੰਨੇ ਕੁ ਪਾਣੀ 'ਚ ਨੇ, ਉਹਨਾਂ ਦੀ ਹਾਲਤ ਕਿੰਨੀ ਕੁ ਹੈਗੀ ਹੈ। ਸਾਨੂੰ ਇਸ ਗੱਲ ਦੀ ਸਮਝ ਲੱਗ ਜਾਏਗੀ ਕਿ ਗੁਰਬਾਣੀ ਦੀ ਅਸਲੀਅਤ ਦੇ ਵਿੱਚ ਇਹ ਸਾਰੇ ਖੋਖਲੇ ਸਿੱਧ ਹੋਣਗੇ। ਸੁਣਿਆ ਮੈਨੇ ਸੁਣਨ ਨਾਲ। ਹਾਂਜੀ, ਹੁਣ ਸੁਣਨ ਨਾਲ ਜਿਹੜਾ ਕਾਰਣਿਕ ਅਰਥ ਹੈ ਨਾ, ਦੁੱਖਾਂ ਪਾਪਾਂ ਦਾ ਨਾਸ਼ ਹੋਏਗਾ, ਪਰ ਸੁਣਨ ਨਾਲ ਹੋਏਗਾ। ਤੇ ਜੇ ਕੋਈ ਕਹੇ ਮੈਂ ਬਾਣੀ ਤੇ ਬਹੁਤ ਸੁਣਦਾ ਵਾਂ, ਇੱਥੇ ਕੰਨਾਂ ਨਾਲ ਸੁਣਨ ਦੀ ਗੱਲ ਨਹੀਂ ਹੈ। ਇੱਥੇ ਸੁਣਨਾ ਭਾਵ ਗੁਰੂ ਦੀ ਬਾਣੀ ਤੇ ਅਮਲ ਕਰਕੇ ਜ਼ਿੰਦਗੀ ਨੂੰ ਬਤੀਤ ਕਰਨਾ। ਜਿਵੇਂ ਨਾਨਕ, ਅਗਲਾ ਹੈਗਾ ਸ਼ਬਦ ਜੀ, ਦੇਖੋ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਤਨ ਮਨ ਫਿੱਕਾ ਹੋ ਜਾਂਦਾ ਵੈ, ਉਸ ਬੰਦੇ ਦਾ ਤਨ ਤੇ ਮਨ ਫਿੱਕਾ ਹੋ ਜਾਂਦਾ ਜੀ। ਕਿਵੇਂ ਫਿੱਕਾ ਹੋ ਜਾਂਦਾ? ਕਾਰਨ ਕੀ ਹੈ? ਕਾਰਨ ਹੈਗਾ ਫਿੱਕਾ ਬੋਲੇ। ਇਸ ਕਰਕੇ ਕਾਰਣਿਕ ਅਰਥ ਕਰਨਾ ਪਏਗਾ। ਲੱਲੇ ਨੂੰ ਸਿਹਾਰੀ ਲੱਗ ਗਈ ਬੋਲਿਆ, ਬੋਲਣ ਨਾਲ, ਫਿੱਕਾ ਬੋਲਣ ਦੇ ਨਾਲ ਕੀ ਹੁੰਦਾ ਵੈ? ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਨੇ। ਬੋਲਿਆ ਕਾਰਣਿਕ ਅਰਥਾਂ 'ਚ ਇਹਦਾ ਵਰਤਿਆ ਜਾਵੇਗਾ। ਲੱਲੇ ਨੂੰ ਸਿਹਾਰੀ ਲੱਗ ਗਈ ਬੋਲਣ ਨਾਲ। ਦੇਖੋ, ਇਹ ਸਾਡੀ ਪੰਜਾਬੀ ਦਾ ਇਹ ਬੜਾ ਪ੍ਰਚਲਿਤ ਜਿਹਾ ਸ਼ਬਦ ਹੈਗਾ। ਅਸੀਂ ਆਮ ਗੱਲਾਂ ਬਾਤਾਂ 'ਚ ਯੂਜ਼ ਕਰਦੇ ਹਾਂ ਇਹਨੂੰ। ਜਿਵੇਂ ਅਸੀਂ ਕਹਿੰਦੇ ਆ ਵੀ ਉਹ ਫਲਾਣੀ ਚੀਜ਼ ਵੇਖਿਆ ਪਤਾ ਲੱਗਣੀ ਆ ਵੀ ਕਿਦਾਂ ਦੀ ਹੈ। ਵੇਖਿਆ ਭਾਵ ਵੇਖਣ ਨਾਲ। ਅਸੀਂ ਕਹਿੰਦੇ ਆ ਵੀ ਇਹ ਚੀਜ਼ ਖਾਇਆ ਪਤਾ ਲੱਗੇਗੀ ਮਿੱਠੀ ਹੈ ਕਿ ਫਿੱਕੀ ਹੈ। ਖਾਇਆ ਪਤਾ ਲੱਗੇਗੀ। ਖਾਇਆ ਮੈਨੇ ਖਾਣ ਨਾਲ। ਫਲਾਣੀ ਚੀਜ਼ ਸੁਣਿਆ ਪਤਾ ਲੱਗੇਗੀ ਵੀ ਕਿਦਾਂ ਦੀ ਹੈ। ਸੁਣਿਆ ਮੈਨੇ ਸੁਣਨ ਨਾਲ। ਇਹ ਗੱਲ ਮੰਨਿਆ ਪਤਾ ਲੱਗੂਗਾ ਤੈਨੂੰ। ਮੰਨਿਆ ਮੈਨੇ ਮੰਨਣ ਨਾਲ। ਜਾਇਆ, ਉੱਥੇ ਜਾਇਆ ਪਤਾ ਲੱਗੇਗਾ ਵੀ ਇੱਥੇ ਕੌਣ ਆ ਰਿਹਾ ਵੈ। ਜਾਇਆ ਭਾਵ ਜਾਣ ਨਾਲ। ਜਾਇਆ, ਬੋਲਿਆ, ਵੇਖਿਆ ਸਾਡੀ ਪੰਜਾਬੀ ਭਾਸ਼ਾ ਦੇ ਆਮ ਸ਼ਬਦ ਨੇ ਵਾਲੇ। ਵੀ ਉਹ ਚੀਜ਼ ਦੇਖਿਆ ਪਤਾ ਲੱਗੇਗਾ, ਉੱਥੇ ਜਾਇਆ ਗੱਲ ਬਣੇਗੀ। ਇੱਥੇ ਘਰੇ ਬੈਠਿਆ ਗੱਲ ਨਹੀਂ ਬਣਨੀ, ਜਾਇਆ ਬਣੇਗੀ ਭਾਵ ਜਾਣ ਨਾਲ। ਜਿੱਥੇ ਜਾਇਆ, ਵੇਖਿਆ, ਸੁਣਿਆ ਆਂਦਾ, ਅੱਗੇ ਨਾਲ ਲਾ ਲਓ ਬਸ ਅਰਥ ਕਰਨ ਵਾਸਤੇ। ਵੇਖਣ ਨਾਲ, ਸੁਣਨ ਨਾਲ, ਜਾਣ ਨਾਲ। ਇਸ ਕਰਕੇ ਇਹਦਾ ਪਾਠ ਸੁਣੀਏ ਬੋਲੀਏ ਦੀ ਬਜਾਏ ਸੁਣਿਆ ਬੋਲਿਆ ਭਾਵ ਸੁਣਨ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਬੋਲੇ ਬੋਲਣ ਦੇ ਨਾਲ। ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਦੇ ਨਾਲ ਤਨ ਤੇ ਮਨ ਫਿੱਕਾ ਹੋ ਜਾਂਦੇ ਨੇ। ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਹਨੂੰ ਸੇਵਣ ਦੇ ਨਾਲ, ਜਿਹਨੂੰ ਸਿਮਰਨ ਦੇ ਨਾਲ, ਜਿਹਨੂੰ ਯਾਦ ਕਰਨ ਦੇ ਨਾਲ ਸੁਖ ਮਿਲ ਜਾਂਦਾ ਹੈ। ਜਿਤ ਸੇਵਿਐ, ਇੱਥੇ ਹੁਣ ਪਾਠ ਬਿਹਾਰੀ ਨਾਲ ਨਹੀਂ ਕਰਨਾ, ਇਹ ਧਿਆਨ ਰੱਖੋ। ਸੁਣੀਐ, ਬੋਲੀਐ, ਸੇਵੀਐ ਨਹੀਂ। ਸਿਹਾਰੀ ਦੇ ਨਾਲ ਸੁਣਿਆ, ਬੋਲਿਆ, ਸੇਵਿਐ ਨਾਲ ਨਾਸਕੀ ਉਚਾਰਨ ਹੋਏਗਾ। ਬਿੰਦੀ ਦੇ ਨਾਲ ਨਾਸਕੀ ਉਚਾਰਨ। ਸੇਵਣ ਦੇ ਨਾਲ ਜਿਤ ਸੇਵਿਐ ਸੁਖ ਪਾਈਐ। ਸੁਖ ਮਿਲ ਜਾਂਦਾ ਵੈ ਜੀ। ਕਿਵੇਂ ਮਿਲਦਾ ਸੁਖ? ਕਾਰਨ ਕੀ ਹੈ ਸੁਖ ਮਿਲਣ ਦਾ? ਕਾਰਨ ਹੈਗਾ ਸੇਵਿਐ। ਜਿਤ ਸੇਵਿਐ ਸੁਖ ਪਾਈਐ। ਜਿਹਨੂੰ ਸਿਮਰਨ ਦੇ ਨਾਲ ਸੁਖ ਮਿਲ ਜਾਂਦਾ ਹੈ। ਇਸ ਕਰਕੇ ਇਹਦੇ ਕਾਰਣਿਕ ਅਰਥ ਕਰਨੇ ਪੈਣਗੇ। ਹੁਕਮ ਮੰਨਿਆ ਹੋਵੇ ਪ੍ਰਮਾਣ। ਜੀਵ ਪ੍ਰਮਾਣ ਹੋ ਜਾਂਦਾ ਜੀ। ਕਿਵੇਂ ਪ੍ਰਮਾਣ ਹੁੰਦਾ? ਕਾਰਨ ਕੀ ਜੀ? ਕਿਵੇਂ ਪ੍ਰਮਾਣ ਹੋ ਜਾਏਗਾ? ਹੁਕਮ ਮੰਨਣ ਦੇ ਨਾਲ। ਹੁਕਮ ਮੰਨਿਆ, ਹੁਕਮ ਮੰਨਿਆ ਸਾਨੂੰ ਕਾਰਣਿਕ ਅਰਥਾਂ 'ਚ ਲੈਣਾ ਪਏਗਾ। ਹੁਕਮ ਮੰਨਿਆ ਮੈਨੇ ਹੁਕਮ ਮੰਨਣ ਦੇ ਨਾਲ। ਹੁਕਮ ਮੰਨਿਆ ਹੋਵੇ ਪ੍ਰਮਾਣ। ਤਾਂ ਖਸਮੈ ਕਾ ਮਹਿਲ ਪਾਈ ਸੀ। ਹੁਣ ਮੈਂ ਇੱਥੇ ਇੱਕ ਗੱਲ ਹੋਰ ਦੱਸਦੀ ਹਾਂ, ਕਿਉਂਕਿ ਅਸੀਂ ਇਹ ਕਰਦੇ ਰਹੇ ਹਾਂ ਕਲਾਵਾਂ ਦੇ ਅਰਥ। ਇਹਦੇ ਨਾਲ ਅਸੀਂ ਕਾਰਣਿਕ ਨੂੰ, ਜੇ ਅਸੀਂ ਕਾਰਕੀ ਅਰਥਾਂ ਦੀ ਗੱਲ ਕਰੀਏ ਤੇ ਜ਼ਿਆਦਾ ਟੁਕੇਗਾ। ਜੇ ਕਾਰਕਿਕ ਅਰਥ ਕਰੀਏ ਤੇ ਉਹ ਜ਼ਿਆਦਾ ਟੁਕੇਗਾ। ਕਿਉਂ? ਕਿਉਂਕਿ ਇਹਦੇ ਕੇ ਕਾਰਕ ਲੱਗ ਗਿਆ ਨਾਲ। ਇਸ ਕਿਰਿਆ ਦੇ ਨਾਲ ਕਾਰਕ ਲੱਗ ਗਿਆ ਨਾਲ। ਸੁਣਨ ਨਾਲ, ਬੋਲਣ ਨਾਲ, ਸੇਵਣ ਨਾਲ, ਮੰਨਣ ਨਾਲ। ਜਿਸ ਕਿਰਿਆ ਦੇ ਅੱਗੇ ਕਾਰਕ ਲੱਗ ਜਾਂਦਾ ਹੈ ਨਾ, ਉਹਨੂੰ ਕਾਰਕਿਕ ਅਰਥ ਕਹਿ ਦਿੰਦੇ ਨੇ। ਇਸ ਕਰਕੇ ਕਾਰਣਿਕ ਨਾਲੋਂ ਕਾਰਕਿਕ ਅਰਥ ਜਿਹੜਾ ਕਹਿਣਾ ਜ਼ਿਆਦਾ ਟੁਕੇਗਾ। ਇਹ ਮੇਰਾ ਮੰਨਣਾ ਹੈਗਾ ਕਿ ਇਹਨੂੰ ਕਾਰਕਿਕ ਅਰਥਾਂ ਵਿੱਚ ਲਿਆ ਜਾਂਦਾ ਹੁੰਦਾ ਹੈ। ਖੈਰ, ਹੁਕਮ ਮੰਨਿਆ
ਹੋਵੇ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ। ਹੁਣ ਚਿਰੰਜੀਵੀ ਜੀ ਤੁਸੀਂ ਉਹ ਵਾਲਾ ਗ੍ਰਾਫ ਕੱਢੋ ਜਿਹੜਾ ਮੈਂ ਬਣਾ ਕੇ ਹੁਣੇ ਭੇਜਿਆ ਸੀ ਤੁਹਾਨੂੰ, ਉਹ ਗ੍ਰਾਫ ਸਾਹਮਣੇ ਲਿਆਓ। ਹਾਂਜੀ, ਇਹ ਮੈਂ ਗੁਰਬਾਣੀ ਵਿਆਕਰਣ ਦੀ ਕਿਤਾਬ ਦੇ ਮੁਤਾਬਕ ਇੱਥੇ ਲਿਖਿਆ ਹੋਇਆ ਕਾਰਣਿਕ ਅਰਥ, ਪਰ ਇਹਦਾ ਕਾਰਕਿਕ ਅਰਥ ਜਿਹੜਾ ਉਹ ਜ਼ਿਆਦਾ ਟੁਕਦਾ ਹੈ। ਕਾਰਕਿਕ ਮਾਨੇ ਕਾਰਕ ਵਾਲਾ ਅਰਥ, ਜਿਹਦੇ ਵਿੱਚ ਕਾਰਕ ਹੁੰਦਾ ਵੈ, ਨਾਲ, ਉੱਤੇ, ਵਿੱਚ, ਭੀਤਰ, ਮਜਾਨ, ਜਾਂ ਨਾਲ, ਦਾ, ਆ, ਕੇ, ਕੀ, ਦਾ, ਦੇ, ਦੀ, ਨੂੰ, ਕੋਲ, ਉੱਤੇ, ਵਿੱਚ, ਜਿੰਨੇ ਕਾਰਕ ਅੱਗੇ ਲੱਗ ਸਕਦੇ ਨੇ ਉਹ ਕਿਸੇ ਵੀ ਇਸ ਕਿਰਿਆ ਨਾਲ ਲੱਗ ਜਾਂਦੇ ਨੇ, ਪਰ ਇਹਦੇ ਨਾਲ ਆਮ ਤੌਰ ਤੇ ਨਾਲ ਹੀ ਲੱਗਦਾ ਹੁੰਦਾ ਹੈ। ਸੁਣਿਆ, ਗਾਵਿਆ, ਬੋਲਿਆ, ਜਾਇਆ, ਖਾਇਆ, ਸੁਣਨ ਨਾਲ, ਖਾਣ ਨਾਲ, ਜਾਣ ਨਾਲ, ਬੋਲਣ ਨਾਲ, ਇਹ ਕਾਰਕਿਕ ਅਰਥ ਆ ਜਾਂਦੇ ਨੇ। ਇਹ ਹੁਣ ਅੱਜ ਅਸੀਂ ਆ ਜਿਹੜੇ ਚੈਪਟਰ ਕੀਤੇ ਨੇ ਉਹਦਾ ਸਾਰਾ ਗ੍ਰਾਫ ਹੈਗਾ ਵੈ ਕਿ ਜਦੋਂ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਮਾ ਲੱਗ ਜਾਂਦੀ ਹੈ, ਉਹ ਉੱਤਮ ਪੁਰਖ ਬਹੁਵਚਨ ਬਣ ਜਾਂਦਾ ਹੈ ਤੇ ਹੁਕਮੀ ਭਵਿਖਤ ਕਾਲ ਹੋ ਜਾਂਦਾ ਹੈ। ਪਰ ਜੇ ਵਰਤਮਾਨ ਕਾਲ ਹੋਵੇ ਤੇ ਫਿਰ ਈੜੀ ਆਖਰੀ ਅੱਖਰ ਦੀ ਬਿਹਾਰੀ ਤੇ ਐੜੇ ਨੂੰ ਦਲਾਮਾ ਬਣ ਜਾਂਦਾ ਹੈ ਕਰਮਣੀ ਵਾਚ, ਪੈਸਿਵ ਵੌਇਸ ਬਣ ਜਾਂਦਾ ਹੈ। ਬਸ ਇਹਨਾਂ ਕੋ ਫਰਕ ਹੈ। ਹੁਕਮੀ ਭਵਿਖਤ ਦੇ ਵਿੱਚ ਤੇ ਵਰਤਮਾਨ ਕਾਲ ਦੇ ਵਿੱਚ ਇਹਦੇ ਅਰਥ ਹੁੰਦੇ ਨੇ ਈੜੀ ਨੂੰ ਆਖਰੀ ਅੱਖਰ ਨੂੰ ਬਿਹਾਰੀ, ਕਿਰਿਆ ਦੇ ਆਖਰੀ ਨੂੰ ਬਿਹਾਰੀ ਤੇ ਐੜੇ ਨੂੰ ਦਲਾਮਾ। ਪਰ ਜੇ ਕਿਰਿਆ ਦੇ ਆਖਰੀ ਅੱਖਰ ਨੂੰ ਬਿਹਾਰੀ ਨਾਲ ਐੜੇ ਨੂੰ ਦਲਾਵਾਂ ਦੀ ਥਾਂ ਤੇ ਜੱਜੇ ਨੂੰ ਦਲਾਵਾਂ ਲੱਗ ਜਾਣ, ਫਿਰ ਬਣ ਜਾਂਦਾ ਹੈ ਮੱਧਮ ਪੁਰਖ ਭਵਿੱਖ ਕਾਲ ਦਾ ਵਾਕ ਇੱਕ ਵਚਨ ਦਾ, ਕਿ ਤੂੰ ਲੈ, ਤੂੰ ਦੇ, ਦੀਜੈ, ਖਾਜੈ, ਪੀਜੈ, ਲੀਜੈ, ਗਹੀਜੈ, ਪਵੀਜੈ, ਸ਼ਰਨ ਪਵੀਜੈ, ਭਾਵ ਤੂੰ ਸ਼ਰਨ ਪੈ, ਤੂੰ ਲੈ, ਤੂੰ ਖਾ। ਫਿਰ ਮੱਧਮ ਪੁਰਖ ਇੱਕ ਵਚਨ ਬਣ ਜਾਂਦਾ ਹੈ ਜੇ ਅਖੀਰ ਤੇ ਜੱਜੇ ਨੂੰ ਦਲਾਵਾਂ ਆ ਜਾਣ ਬਿਹਾਰੀ ਤੋਂ ਬਾਅਦ। ਜੇ ਕੱਲੀਆਂ ਦਲਾਵਾਂ ਆ ਜਾਣ ਕਿਰਿਆ ਦੇ ਅਖੀਰ ਤੇ, ਫਿਰ ਅੰਨ੍ਯ ਪੁਰਖ ਇੱਕ ਵਚਨ ਵਰਤਮਾਨ ਕਾਲ ਆ ਜਾਂਦਾ ਹੈ। ਆਵੈ, ਆਉਂਦਾ ਹੈ, ਲੱਗੈ, ਲੱਗਦਾ ਹੈ, ਜਾਵੈ, ਜਾਂਦਾ ਹੈ, ਖਾਵੈ, ਖਾਂਦਾ ਹੈ, ਪਾਵੈ, ਪਾਂਦਾ ਹੈ। ਤੇ ਜੇ ਉਹੀ ਬਹੁਵਚਨ ਬਣਾਉਣਾ ਹੋਵੇ ਅੰਨ੍ਯ ਪੁਰਖ ਵਰਤਮਾਨ ਕਾਲ ਦਾ, ਤੇ ਫਿਰ ਹਾਹੇ ਨੂੰ ਸਿਆਰੀ ਲੱਗ ਜਾਂਦੀ ਹੈ। ਗਾਵੇ ਦੀ ਬਜਾਏ ਗਾਵੇਂ, ਗਾਉਂਦੇ ਹਨ, ਉਹ ਗਾਉਂਦੇ ਹਨ। ਪਾਵੇਂ, ਉਹ ਪਾਉਂਦੇ ਹਨ। ਜਾਵੇ, ਉਹ ਜਾਂਦਾ ਹੈ। ਜਾਵੇਂ, ਉਹ ਜਾਂਦੇ ਹਨ। ਪੜ੍ਹੇ, ਉਹ ਪੜ੍ਹਦਾ ਹੈ। ਪੜ੍ਹੇ, ਉਹ ਪੜ੍ਹਦੇ ਹਨ। ਬਸ ਇੰਨਾ ਫਰਕ ਹੈ। ਇੱਕ ਵਚਨ ਲਈ ਦਲਾਵਾਂ, ਬਹੁ ਵਚਨ ਦੇ ਲਈ ਕਿਰਿਆ ਦੇ ਆਖਰੀ ਅੱਖਰ ਨੂੰ ਹਾਹੇ ਨੂੰ ਸਿਆਰੀ। ਗਾਵੇਂ, ਪਾਵੇਂ, ਉੱਥੇ ਕਈ ਥਾਵਾਂ ਤੇ ਹੈ ਦੀ ਬਜਾਏ ਹਾਹੇ ਨੂੰ ਦਲਾਵਾਂ ਲਾ ਕੇ ਵੀ ਆ ਜਾਂਦਾ ਹੈ, ਉਹਦਾ ਉਚਾਰਨ ਹੈ ਹੀ ਹੋਏਗਾ, ਇਹ ਧਿਆਨ ਰੱਖਣਾ। ਜਿੱਥੇ ਭਵਿੱਖਤ ਕਾਲ ਆ ਜਾਏਗਾ ਫਿਊਚਰ ਟੈਂਸ ਦਾ, ਉੱਥੇ ਅੰਨ੍ਯ ਪੁਰਖ ਇੱਕ ਵਚਨ ਚ ਕੀ ਹੋਏਗਾ, ਕਿਰਿਆ ਦੇ ਆਖਰੀ ਅੱਖਰ ਨੂੰ ਸਿਆਰੀ ਤੇ ਅੱਗੇ ਲੱਗ ਜਾਏਗਾ ਹੈ। ਬਸ ਆ ਫਰਕ ਹੈ। ਗ੍ਰਸ ਹੈ, ਆਜ ਕਾਲ ਫੁੰਟੋਹੇ ਗ੍ਰਸ ਹੈ, ਭਾਵ ਗ੍ਰਸੇਗਾ, ਹੋਏ ਹੈ, ਹੋਵੇਗਾ। ਬੀਤ ਜੈ ਹੈ, ਬੀਤ ਜੈ ਹੈ, ਬੀਤ ਜਾਏਗਾ, ਉਹ ਬੀਤ ਜਾਏਗਾ। ਅੰਨ੍ਯ ਪੁਰਖ ਇੱਕ ਵਚਨ, ਉਹ ਬੀਤ ਜਾਏਗਾ। ਫਿਰ ਹੁਕਮ ਭਵਿੱਖਤ ਕਾਲ ਜਿਹੜਾ ਹੈ ਕਿਰਿਆ ਦੇ ਆਖਰੀ ਅੱਖਰ ਨੂੰ ਸਿਆਰੀ ਲੱਗ ਜਾਂਦੀ ਹੈ ਤੇ ਅੱਗੇ ਲੱਗ ਜਾਂਦਾ ਹੈ। ਹਾਂਜੀ, ਜਿਹੜੇ ਕਾਰਕਿਕ ਅਰਥ ਆਉਂਦੇ ਨੇ ਨਾਲ ਵਾਲੇ, ਉਹਦੇ ਨਾਲ ਸਿਆਰੀ ਆਉਂਦੀ ਹੈ, ਤੇ ਜਿੱਥੇ ਪੋਸਿਵ ਵਾਇਸ ਆਉਂਦੇ, ਪੈਸਿਵ ਵਾਇਸ ਆਉਂਦੇ ਨੇ, ਉੱਥੇ ਬਿਹਾਰੀ ਲੱਗਦੀ ਹੈ। ਬਸ ਆ ਸਿਆਰੀ ਬਾਰੇ ਧਿਆਨ ਰੱਖਣਾ। ਸਿਆਰੀ ਲੱਗ ਗਈ ਕਿਰਿਆ ਦੇ ਨਾਲ ਤੇ ਤੁਸੀਂ ਅੱਗੇ ਕਾਰਕ ਲਾ ਦੇਣਾ ਨਾਲ, ਬਿਹਾਰੀ ਲੱਗ ਗਈ ਕਿਰਿਆ ਦੇ ਨਾਲ ਤੇ ਤੁਸੀਂ ਵਰਤਮਾਨ ਕਾਲ ਕਰਮਣੀ ਵਾਚ ਬਣਾ ਦੇਣਾ, ਨਾਲੇ ਪਿੱਛੇ ਐੜੇ ਨੂੰ ਦਲਾਵਾਂ ਲੱਗ ਜਾਂਦੀਆਂ ਨੇ। ਇਹ ਵਾਲਾ ਗ੍ਰਾਫ ਜਿਹੜਾ ਮੈਂ ਇਹਦੇ ਨਾਲ ਗੁਰਬਾਣੀ ਦੀਆਂ ਜੇ ਤੁਕਾਂ ਲਿਖਣੀਆਂ ਨੇ, ਮੈਨੂੰ ਟਾਈਮ ਨਹੀਂ ਮਿਲ ਰਿਹਾ ਹੈਗਾ, ਤੇ ਗੁਰਬਾਣੀ ਦੇ ਤੁਕਾਂ ਦੇ ਨਾਲ ਹੋਰ ਵੀ ਜ਼ਿਆਦਾ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਕੀ ਪੜ੍ਹ ਰਹੇ ਹੈਗੇ ਆ। ਗ੍ਰਾਫ ਅਧੂਰਾ ਹੈਗਾ, ਤਿਆਰ ਕਰਨ ਵਾਲਾ ਹਜੇ ਪੂਰਾ ਨਹੀਂ ਹੋਇਆ ਹੈਗਾ। ਹਾਂਜੀ, ਸਾਡਾ ਹੁਣ ਇੱਕ ਰਹਿ ਗਿਆ ਜੀ 5 ਨੰਬਰ ਚੈਪਟਰ, ਉਹ ਹੁਣ ਕੱਟ ਲਓ, ਫਿਰ ਆਪਾਂ ਨੂੰ ਦਲਾਵਾਂ ਦਾ ਪੂਰਾ ਹੋ ਜਾਏਗਾ। 5 ਨੰਬਰ ਚੈਪਟਰ ਦੇ ਵਿੱਚ ਦੋ ਚੀਜ਼ਾਂ ਦਾ ਜ਼ਿਕਰ ਹੈਗਾ ਵੈ, ਕੈ ਤੈ, ਇਹ ਦੋ ਜ਼ਿਕਰ ਹੁੰਦੇ ਨੇ। ਆਮ ਤੌਰ ਤੇ ਕੀ ਹੈਗੇ, ਇਹ ਕੰਜੰਕਸ਼ਨ ਦੇ ਰੂਪ ਦੇ ਵਿੱਚ ਤੈ ਯੂਜ਼ ਹੁੰਦਾ ਵੈ,
ਕੈ ਵੀ ਕੰਜੰਕਸ਼ਨ ਦੇ ਰੂਪ ਚ ਜਾਨੂੰ ਜਾਣੀ ਕਹ ਲਓ ਵੀ ਉਹ ਜਿਵੇਂ ਯੋਜਕ ਕਹਿ ਲਓ ਤੁਸੀਂ, ਪੰਜਾਬੀ ਦੇ ਵਿੱਚ ਯੋਜਕ, ਇੰਗਲਿਸ਼ ਵਿੱਚ ਕੰਜੰਕਸ਼ਨ ਇਹਦਾ ਨਾਮ ਹੈਗਾ ਵੇ। ਇਸ ਤਰ੍ਹਾਂ ਜਾਣੋ ਵੀ ਉਹ ਯੂਜ਼ ਹੁੰਦਾ ਵੈ ਤੈ ਤੇ ਜੈ। ਯੋਜਕ ਕਿਹਨੂੰ ਕਹਿੰਦੇ ਨੇ ਉਹ ਵੀ ਮੈਂ ਥੋੜਾ ਦੱਸ ਦਵਾਂ। ਜਿਹੜੇ ਦੋ ਵਾਕਾਂ ਨੂੰ ਸ਼ਬਦ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਯੋਜਕ। ਜਿਵੇਂ ਅਤੇ, ਰਾਮ ਸਕੂਲ ਜਾਂਦਾ ਹੈ, ਰਾਮ ਰੋਟੀ ਖਾਂਦਾ ਹੈ, ਦੋ ਵਾਕ ਨੇ, ਹੁਣ ਅਤੇ ਆ ਗਿਆ ਵਿਚਕਾਰ। ਰਾਮ ਸਕੂਲ ਜਾਂਦਾ ਹੈ ਅਤੇ ਉਹ ਰੋਟੀ ਖਾਂਦਾ ਹੈ। ਅਤੇ ਨੇ ਦੋ ਵਾਕਾਂ ਨੂੰ ਜੋੜ ਦਿੱਤਾ। ਮੈਂ ਗੁਰਬਾਣੀ ਪੜਾਂਗਾ ਜਾਂ ਕੀਰਤਨ ਕਰਾਂਗਾ। ਮੈਂ ਗੁਰਬਾਣੀ ਪੜਾਂਗਾ, ਮੈਂ ਕੀਰਤਨ ਕਰਾਂਗਾ, ਦੋ ਵਾਕਾਂ ਨੂੰ ਜੋੜ ਦਿੱਤਾ ਜਾਂ ਨੇ। ਜਾਂ ਹੈਗਾ ਯੋਜਕ। ਕਹਿ ਤੇ ਤੈ ਜਿਹੜੇ ਨੇ ਆਮ ਤੌਰ ਤੇ ਦੋ ਵਾਕਾਂ ਨੂੰ ਜੋੜਦੇ ਹੁੰਦੇ ਨੇ। ਇਹ ਯੋਜਕ ਦਾ, ਕੰਜੰਕਸ਼ਨ ਦਾ ਰੂਪ ਹੈਗੇ ਨੇ। ਪਰ ਹੋਰ ਵੀ ਬਹੁਤ ਅਰਥਾਂ ਦੇ ਵਿੱਚ ਇਹ ਲਫ਼ਜ਼ ਗੁਰਬਾਣੀ ਚ ਆਏ ਨੇ। ਕਿਹੜੇ ਕਿਹੜੇ ਅਰਥਾਂ ਵਿੱਚ ਆਏ ਨੇ ਅਸੀਂ ਹੁਣ ਇਹਨਾਂ ਨੂੰ ਦੇਖਣ ਲੱਗੇ ਹਾਂ ਜੀ। ਪਹਿਲਾਂ ਆ ਗਿਆ ਜੀ ਕਹਿ ਬੰਦੈ, ਕਹਿ ਡਾਨ ਲੇ, ਕਹਿ ਨਰਪਤ ਮਰ ਜਾਇਆ। ਹਾਂਜੀ, ਹੁਣ ਕੀ ਹੈਗਾ, ਬੰਦਾ ਚਾਕਰੀ ਕਰਦਾ ਰਾਜੇ ਦੇ ਵਾਸਤੇ ਮਾਇਆ ਦੀ ਖਾਤਰ। ਨਰ ਪ੍ਰਾਣੀ ਚਾਕਰੀ ਕਰੇ, ਨਰਪਤ ਰਾਜੇ ਅਰਥ ਸਭ ਮਾਇਆ। ਹੁਣ ਜਿਹੜੀ ਉਹ ਮਾਇਆ ਕਮਾਈ ਹੈ, ਜਾਂ ਤੇ ਰਾਜਾ ਉਸ ਨੌਕਰ ਨੂੰ ਕਈ ਵਾਰੀ ਕੈਦ ਵੀ ਕਰ ਸਕਦਾ ਹੈ, ਜਾਂ ਉਹਨੂੰ ਸਜ਼ਾ ਦੇ ਸਕਦਾ ਹੈ, ਜਾਂ ਰਾਜਾ ਆਪ ਮਰ ਸਕਦਾ ਹੈ ਤੇ ਬੰਦੇ ਦੀ ਨੌਕਰੀ ਮਰ ਜਾਂਦੀ ਹੈ। ਨੌਕਰੀ ਸਦਾ ਨਹੀਂ ਰਹਿੰਦੀ ਹੈਗੀ। ਕਹਿ ਮੈਨੇ ਜਾਂ, ਕਹਿ ਬੰਦਾ, ਜਾਂ ਤੇ ਰਾਜਾ ਨੌਕਰ ਨੂੰ ਬੰਨ ਲਏਗਾ। ਕਹਿ ਡਾਨ ਲੇ, ਜਾਂ ਉਹਨੂੰ ਜੁਰਮਾਨਾ ਲਾ ਦੇਗਾ। ਕਹਿ ਨਰਪਤ ਮਰ ਜਾਇਆ, ਜਾਂ ਜੁਰਮਾਨਾ ਲਾ ਦਿੰਦਾ ਹੈ, ਜਾਂ ਉਹ ਰਾਜਾ ਮਰ ਜਾਂਦਾ ਹੈ ਤੇ ਨੌਕਰ ਉਸ ਨੌਕਰੀ ਤੋਂ ਫਾਰਿਗ ਹੋ ਜਾਂਦਾ ਹੈ। ਇੱਥੇ ਕਹਿ ਦਾ ਮਤਲਬ ਜਾਂ। ਇਹ ਦੋ ਤਿੰਨ ਵਾਕਾਂ ਨੂੰ ਜੋੜ ਰਿਹਾ ਹੈਗਾ। ਕਹਿ ਬੰਦਾ ਭਾਵ ਜਾਂ ਤੇ ਰਾਜਾ ਕਈ ਵਾਰੀ ਉਹਨੂੰ ਕੈਦ ਕਰ ਦਿੰਦਾ ਹੈ। ਕਹਿ ਡਾਨ ਲੇ, ਜਾਂ ਉਹ ਸਜ਼ਾ ਦੇ ਦਿੰਦਾ ਹੈ। ਕਹਿ ਨਰਪਤ ਮਰ ਜਾਇਆ, ਜਾਂ ਰਾਜਾ ਆਪ ਹੀ ਮਰ ਜਾਂਦਾ ਹੈ। ਜਾਂ ਦੀ ਥਾਂ ਤੇ ਲਫ਼ਜ਼ ਆ ਗਿਆ। ਹੁਣ ਇਹੀ ਕਹਿ ਜਿਹੜਾ ਹੈ ਦੇ ਵਾਸਤੇ ਵੀ ਆਂਦਾ ਵੈ, ਜਾਂ ਵਾਸਤੇ ਵੀ ਆਂਦਾ। ਜਿਵੇਂ ਸੋਇਨੇ ਕਹਿ ਪਰਬਤ ਗੁਫਾ ਕਰੀ, ਕਹਿ ਪਾਣੀ ਪਿਆਲ। ਅਗਲੀ ਤੁਕ ਆ ਗਈ ਜੀ। ਸੋਇਨੇ ਕਹਿ ਪਰਬਤ ਗੁਫਾ ਕਰੀ, ਭਾਵ ਮੈਂ ਗੁਫਾ ਕਰਾਂ। ਇੱਥੇ ਨਾਸਕੀ ਉਚਾਰਨ ਹੋਏਗਾ, ਸੋਨੇ ਦੇ ਪਹਾੜ ਉੱਤੇ ਮੈਂ ਗੁਫਾ ਬਣਾ ਲਵਾਂ। ਜਾਂ ਕੀ ਕਰਾਂ, ਜਾਂ ਕਹਿ ਪਾਣੀ ਪਿਆਲ, ਜਾਂ ਪਾਣੀ ਦੇ ਥੱਲੇ ਜਾ ਕੇ ਰਵਾਂ, ਸਮੁੰਦਰ ਦੇ ਵਿੱਚ ਜਾ ਕੇ ਲੁਕ ਜਾਵਾਂ, ਜਾਂ ਆਸਮਾਨ ਦੀ ਚੋਟੀ ਨੂੰ ਛੂੰਹਦੀ ਪਰਬਤ ਦੀ ਚੋਟੀ ਦੇ ਉੱਪਰ ਗੁਫਾ ਬਣਾ ਕੇ ਰਵਾਂ, ਜਾਂ ਬਿਲਕੁਲ ਸਮੁੰਦਰ ਦੇ ਥੱਲੇ ਪਾਣੀ ਦੇ ਵਿੱਚ ਮੈਂ ਸਮਾਧੀ ਲਾ ਲਵਾਂ। ਸੋਇਨੇ ਕਹਿ ਪਰਬਤ ਗੁਫਾ ਕਰੀ। ਇੱਥੇ ਕਹਿ ਦਾ ਮਤਲਬ ਆ ਗਿਆ ਦੇ। ਸੋਨੇ ਦੇ ਪਹਾੜ ਵਿੱਚ ਗੁਫਾ ਬਣਾ ਲਵਾਂ, ਕਹਿ ਪਾਣੀ ਪਿਆਲ, ਜਾਂ ਪਾਣੀ ਵਿੱਚ ਸਮਾਧੀ ਲਾ ਲਵਾਂ, ਪਾਣੀ ਦੇ ਹੇਠਾਂ ਜਾ ਕੇ ਰਵਾਂ। ਏਦਾਂ ਹੀ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਹੁਣ ਇਹ ਜਿਹੜਾ ਸ਼ਬਦ ਹੈ ਇਹਦੇ ਨਾਲ ਇੱਕ ਸਾਖੀ ਵੀ ਜੁੜੀ ਹੋਈ ਹੈ। ਉਹ ਸਾਖੀ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਕੋਈ ਸਿੱਖ ਸ਼ਬਦ ਬਾਣੀ ਪੜ੍ਹ ਰਿਹਾ ਸੀਗਾ, ਉਹਨੇ ਬਾਣੀ ਪੜ੍ਹੀ ਕਰਤੇ ਕੀ ਮਿਤ ਕਰਤਾ ਜਾਣੇ, ਕੇ ਜਾਣੇ ਗੁਰਸੂਰਾ। ਗੁਰੂ ਸਾਹਿਬ ਨੇ ਕਿਹਾ ਵੀ ਇਹਨੂੰ ਚਪੇੜ ਮਾਰੋ, ਵੀ ਬਾਣੀ ਗਲਤ ਪੜ੍ਹ ਰਿਹਾ, ਕਿ ਅਰਥਾਂ ਦੇ ਅਨਰਥ ਕਰ ਰਿਹਾ। ਹੁਣ ਜੇ ਕੇ ਪੜ੍ਹਿਆ ਜਾਏਗਾ, ਕੇ ਉਹਦਾ ਅਰਥ ਬਣੇਗਾ ਕੀ। ਕਰਤੇ ਕੀ ਮਿਤ ਕਰਤਾ ਜਾਣੇ, ਰੱਬ ਦੀ ਮਿਣਤੀ ਜਿਹੜੀ ਹੈ ਉਹ ਪ੍ਰਭੂ ਆਪ ਜਾਣਦਾ ਵੈ। ਕੇ ਜਾਣੇ ਗੁਰੂ ਸੂਰਾ, ਇਹ ਕੁਐਸਚਨ ਮਾਰਕ ਬਣ ਜਾਏਗਾ ਵੀ ਗੁਰੂ ਸੂਰਮਾ ਕੀ ਜਾਣੇਗਾ। ਭਾਵ ਗੁਰੂ ਸੂਰਮਾ ਰੱਬ ਦਾ ਅੰਤ ਨਹੀਂ ਪਾ ਸਕਦਾ। ਗਲਤ ਹੋ ਗਿਆ, ਕਿਉਂਕਿ ਗੁਰੂ ਸੂਰਮਾ ਤੇ ਰੱਬ ਦਾ ਰੂਪ ਹੈਗਾ, ਗੁਰੂ ਪਰਮੇਸ਼ਰ ਇੱਕੋ ਜਾਣ। ਹੁਣ ਕੇ ਕਵਾਂਗੇ ਤੇ ਅਰਥਾਂ ਦੇ ਅਨਰਥ ਹੋ ਜਾਣਗੇ। ਇੱਥੇ ਕੇ ਦੀ ਥਾਂ ਹੈਗਾ ਕੈ। ਕੈ ਮੈਨੇ ਜਾਂ। ਫਿਰ ਗੁਰੂ ਸਾਹਿਬ ਨੇ ਸਮਝਾਇਆ, ਤਾੜਨਾ ਕੀਤੀ। ਇਹ ਗੱਲ ਵੱਖਰੀ ਵੀ ਉਹ ਅਸੀਂ ਪੜ੍ਹਦੇ ਹਾਂ ਸਾਖੀ ਚ, ਗੁਰੂ ਸਾਹਿਬ ਨੇ ਕਿਹਾ ਚਪੇੜ ਮਾਰੋ, ਸਾਰਿਆਂ ਨੇ ਚਪੇੜਾਂ ਮਾਰ ਦਿੱਤੀਆਂ। ਗੁਰੂ ਸਾਹਿਬ ਤੇ ਬੜੇ ਨਿਮਰਤਾ ਤੇ ਦਇਆ ਦੇ ਘਰ ਹੈਗੇ ਨੇ, ਉਹ ਸਿੱਖਾਂ ਨੂੰ ਥੋੜੇ ਮਰਵਾਉਣਗੇ, ਉਹਦੇ ਪਿਆਰ ਨਾਲ ਸਮਝਾਉਂਦੇ ਨੇ। ਇਸ ਕਰਕੇ ਪਿਆਰ ਨਾਲ ਹੀ ਸਮਝਾਇਆ ਹੋਏਗਾ। ਕਹਿ ਜਾਣੇ ਗੁਰਸੂਰਾ, ਕਿ ਇਹ ਸਿੱਖਾ, ਇੱਥੇ ਕਹਿ ਦਾ ਮਤਲਬ ਹੈ ਜਾਂ। ਇੱਥੇ ਕੇ ਨਹੀਂ ਪਾਠ ਕਰਨਾ, ਕਹਿ ਪਾਠ ਕਰਨਾ ਹੈ। ਵੀ ਪ੍ਰਭੂ ਆਪਣੀ ਅਵਸਥਾ ਆਪ ਜਾਣਦਾ ਹੈ, ਜਾਂ ਗੁਰੂ ਸੂਰਮਾ ਰੱਬ ਦੀ ਅਵਸਥਾ ਜਾਣਦਾ ਹੈ। ਜਾਂ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ, ਜਾਂ ਗੁਰੂ ਸੂਰਮਾ ਜਾਣਦਾ ਹੈ। ਹਾਂਜੀ,
ਹੁਣ ਇਸੇ ਕਹਿ ਦਾ ਇੱਕ ਹੋਰ ਅਰਥ ਆ ਗਿਆ ਜੀ, ਕਿਹੜਾ? ਕੁਐਸਚਨ ਮਾਰਕ ਚ ਆ ਗਿਆ। ਕਹਿ ਦੁਖੜੇ ਸੜਿਓਏ, ਕਾਲੀ ਹੋਈ ਆ ਦੇਹੁਰੀ, ਨਾਨਕ ਮੈਂ ਤਨ ਭੰਗ। ਹੁਣ ਦੂਸਰਾ ਸ਼ਬਦ ਆ ਗਿਆ, ਬੱਬਰ ਤੂੰ ਹਰੀਆਵਲਾ, ਕਵਲਾ ਕੰਚਨ ਵੰਨ, ਕਹਿ ਦੁਖੜੇ। ਕਹਿ ਦੁਖੜੇ ਮੈਨੇ ਕਿਹੜੇ ਦੋਸ਼ ਦੁੱਖਾਂ ਵਿੱਚ, ਸੜਿਓਏ ਤੂੰ ਸੜਿਆ ਹੋਇਆ ਹੈ, ਕਹਿ ਮੈਨੇ ਕਿਹੜੇ। ਹੁਣ ਕਹਿ ਦੇ ਅਰਥ, ਤੀਜਾ ਅਰਥ ਆ ਗਿਆ। ਪਹਿਲਾ ਕਹਿ ਦਾ ਅਰਥ ਸੀ ਜਾਂ, ਦੂਜਾ ਕਹਿ ਦਾ ਅਰਥ ਆ ਗਿਆ ਦੇ, ਸੋਇਨੇ ਕਹਿ ਪਰਬਤ ਮੈਨੇ, ਸੋਨੇ ਦੇ ਪਹਾੜ ਵਿੱਚ। ਤੀਜਾ ਕਹਿ ਦਾ ਅਰਥ ਆ ਗਿਆ ਕਿਹੜੇ। ਕਹਿ ਦੁਖੜੇ ਭਾਵ ਕਿਹੜੇ ਦੁੱਖ ਦੇ ਵਿੱਚ ਸੜੇ ਹੋਏ, ਕਾਲੀ ਹੋਈ ਆ ਦੇਹੁਰੀ, ਨਾਨਕ ਮੈਂ ਤਨ ਭੰਗ, ਕਿ ਇਹ ਛੱਪੜ ਤੇਰੀ ਦੇਹੁਰੀ, ਤੇਰਾ ਪਾਣੀ ਕਾਲਾ ਹੋ ਗਿਆ। ਹੁਣ ਕਹਿ ਦਾ ਤੀਜਾ ਅਰਥ ਆ ਗਿਆ ਕਿਹੜਾ। ਅਗਲਾ ਕਰੋ ਜੀ। ਆਪਣ ਹੱਥੀਂ ਜੋਲ ਕਹਿ, ਕਹਿ ਗੱਲ ਲੱਗੇ ਧਾਏ। ਹੁਣ ਇੱਥੇ ਦੋ ਅਰਥ ਆ ਗਏ ਜੀ, ਦੇਖੋ। ਆਪਣ ਹੱਥੀਂ, ਹੱਥੀਂ ਮੈਨੇ ਹੱਥਾਂ ਨਾਲ, ਇੱਥੇ ਨਾਸਕੀ ਉਚਾਰਨ ਹੋਏਗਾ ਹੱਥਾਂ ਨਾਲ। ਜੋਲ ਕਹਿ, ਇੱਥੇ ਕਹਿ ਦਾ ਅਰਥ ਹੈਗਾ ਕੇ, ਜਿਵੇਂ ਸੋਇਨੇ ਕਹਿ ਪਰਬਤ, ਉੱਥੇ ਸੋਨੇ ਦੇ ਪਹਾੜ ਆਇਆ ਸੀ ਨਾ, ਇੱਥੇ ਵੀ ਪਹਿਲੇ ਕਹਿ ਦਾ ਮਤਲਬ ਹੈ ਦੇ। ਆਪਣ ਹੱਥੀਂ ਜੋਲ ਕਹਿ ਭਾਵ ਆਪਣੇ ਹੱਥੀਂ ਤੋੜ ਕੇ, ਜੋਲਣਾ ਮੈਨੇ ਤੋੜ ਦੇਣਾ, ਤੋੜ ਕੇ, ਕਹਿ ਦਾ ਮਤਲਬ ਕੇ। ਕਹਿ ਗੱਲ ਲੱਗੇ ਧਾਏ, ਹੁਣ ਇੱਥੇ ਚੌਥਾ ਅਰਥ ਕਹਿ ਦਾ ਆ ਗਿਆ ਕਿਸ ਦੇ, ਕਿਸ ਦੇ ਗੱਲ ਲੱਗੇਗੀ, ਭਾਵ ਤੇਰਾ ਹੁਣ ਕੋਈ ਵੀ ਨਹੀਂ ਹੋਏਗਾ ਜਿਹਦੇ ਤੂੰ ਗੱਲ ਲੱਗੇਗੀ। ਆਪਣ ਹੱਥੀਂ ਜੋਲ ਕਹਿ, ਕਹਿ ਗੱਲ ਲੱਗੇ ਧਾਏ, ਕਹਿ ਮੈਨੇ ਕਿਸ ਦੇ, ਕਿਸ ਦੇ ਗੱਲ ਲੱਗੇਗੀ, ਭਾਵ ਤੂੰ ਨਿਆਸਰੀ ਹੋ ਜਾਏਗੀ। ਚੌਥਾ ਅਰਥ ਆ ਗਿਆ ਕਿਸ ਦੇ। ਪੰਜਵਾਂ ਅਰਥ ਦੇਖੋ, ਕਰਮ ਵਧੈ। ਹਾਂਜੀ, ਹਾਂਜੀ ਅਗਲਾ ਆ ਗਿਆ ਜੀ, ਕਰਮ ਵਧੈ ਕਹਿ ਲੋ, ਖੱਪ ਮਰੀਜਈ। ਕਹਿ ਮੈਨੇ ਕਈ, ਕਈ ਲੋਕ। ਹੁਣ ਪੰਜਵਾਂ ਅਰਥ ਆ ਗਿਆ ਕਹਿ ਦਾ ਕਈ, ਕਈ ਲੋਕ, ਕਈ ਧਰਤੀਆਂ, ਕਈ ਦੁਨੀਆ, ਕਈ ਸੰਸਾਰ। ਕਰਮ ਵਧੈ, ਕਰਮ ਵਧੈ, ਇੱਥੇ ਅਰਥ ਬੰਦੇ ਕਰਨਾ ਹੈ, ਬੰਦੇ ਹਨ। ਮਤਲਬ ਵਧੈ ਦਾ ਅਰਥ ਬੰਦੇ ਕਰਨਾ ਗਲਤ ਹੈ। ਇੱਥੇ ਬੰਦੇ ਦਾ ਅਰਥ ਜਿਹੜਾ ਆਏਗਾ ਉਹ ਵਰਤਮਾਨ ਕਾਲ ਵਿੱਚ ਅਨਯ ਪੁਰਖ ਚ ਬਹੁਵਚਨ ਰੂਪ ਚ ਆਏਗਾ, ਭਾਵ ਇਸੇ ਤਰ੍ਹਾਂ ਮਰੀਦਾ ਹੈ। ਖੱਪ ਮਰੀਜਈ, ਇਸੇ ਤਰ੍ਹਾਂ ਮਰੀਦਾ ਹੈ। ਕਰਮ ਵਧੈ, ਜਦੋਂ ਵੱਧ ਜਾਣ, ਜਦੋਂ ਕਰਮ ਵੱਧ ਜਾਣ, ਭਾਵ ਜਦੋਂ ਕਰਮ ਕਾਂਡ ਵੱਧ ਜਾਣ, ਉਦੋਂ ਕਈ ਹੋਰ ਧਰਤੀਆਂ ਦੇ ਬੰਦਿਆਂ ਦੇ ਜਦੋਂ ਕਰਮ ਕਾਂਡ ਵੱਧ ਜਾਣ ਤੇ ਖੱਪ ਕੇ ਮਰ ਜਾਈਦਾ ਹੈ। ਕਹਿ ਲੋ ਕਈ ਧਰਤੀਆਂ ਤੇ, ਭਾਵ ਕੱਲਾ ਇਹੀ ਸੰਸਾਰ ਨਹੀਂ, ਕਾਇਨਾਤ ਦੇ ਜਿੱਥੇ ਵੀ ਕਿਤੇ ਦੁਨੀਆ ਵਸਦੀ ਹੈ, ਜਿੱਥੇ ਵੀ ਹੋਰ ਸੰਸਾਰ ਧਰਤੀਆਂ ਵਸਦੀਆਂ ਨੇ, ਜਦੋਂ ਉੱਥੇ ਕਰਮ ਕਾਂਡ ਵੱਧ ਜਾਂਦੇ ਨੇ, ਉਹਨਾਂ ਕਰਮ ਕਾਂਡਾਂ ਵਿੱਚ ਲੋਕ ਖੱਪ ਖੱਪ ਕੇ ਮਰੀ ਜਾਂਦੇ ਨੇ। ਖੱਪ ਮਰੀ ਜਈ, ਖੱਪ ਕੇ ਮਰ ਜਾਈਦਾ ਹੈ। ਕਰਮ ਵਧੈ, ਜਦੋਂ ਕਰਮ ਵੱਧ ਜਾਣ। ਹੁਣ ਕਹਿ ਦੇ ਕਿੰਨੇ ਅਰਥ ਹੋ ਗਏ ਜੀ? ਕਹਿ ਦੇ ਅਰਥ ਹੋ ਗਏ 5। ਪਹਿਲਾ ਕਹਿ ਦਾ ਅਰਥ ਹੋ ਗਿਆ ਜਾਂ, ਦੂਜਾ ਕਹਿ ਦਾ ਅਰਥ ਹੋ ਗਿਆ ਦੇ, ਤੀਜਾ ਕਹਿ ਦਾ ਅਰਥ ਹੋ ਗਿਆ ਕਿਹੜੇ, ਚੌਥਾ ਕਹਿ ਦਾ ਅਰਥ ਹੋ ਗਿਆ ਕਿਸ ਦੇ, ਪੰਜਵਾਂ ਕਹਿ ਦਾ ਅਰਥ ਹੋ ਗਿਆ ਕਈ। ਇਹ ਕਹਿ ਦੇ ਅਰਥ ਨੇ। ਇਸੇ ਤਰ੍ਹਾਂ ਤੈ ਦੇ ਵੀ ਅਰਥ ਨੇ। ਤੈ ਦੇ ਅਰਥ ਕਰਕੇ ਆਪਾਂ ਸਮਾਪਤੀ ਕਰ ਦਈਏ ਜੀ। 4 ਹੀ ਅਰਥ ਨੇ, ਬਹੁਤੇ ਨਹੀਂ, ਬਿੰਦੇ ਰਹਿਤ ਵੀ ਨੇ, ਬਿੰਦੇ ਸਹਿਤ ਵੀ ਨੇ। ਹਾਂਜੀ, ਤੈ ਵਾਲਾ ਵੀ ਨਾਲ ਹੀ ਅਗਲਾ ਆਪਾਂ ਪੂਰਾ ਕਰ ਲਈਏ, ਫਿਰ ਇਹ ਦੁਲਾਵਾਂ ਦਾ ਚੈਪਟਰ ਪੂਰਾ ਹੋ ਜਾਏਗਾ। 2-3 ਮਿੰਟ ਦੇ ਵਿੱਚ ਆਪਾਂ ਕਰ ਦੇਣਾ ਜੀ। ਹਰ ਨਾਮ ਨਾ ਸਿਮਰੈ ਸਾਧ ਸੰਗ। ਹਾਂਜੀ, ਤੈ ਤਨ ਉਡੇਖੇ, ਤੈ ਬਿੰਦੀ ਰਹਿਤ, ਉਹਨਾਂ ਦੇ ਤਨ ਤੇ, ਤੈ ਤਨ ਉਡੇਖੇ, ਤੈ ਮੈਨੇ ਉਹਨਾਂ ਦੇ। ਪਰ ਜਦੋਂ ਕਿਸੇ ਦੂਜੇ ਨੂੰ ਸੰਬੋਧਨ ਕੀਤਾ ਜਾਏ, ਤੈ ਸਾਹਿਬ ਕੀ ਬਾਤ ਜੇ ਕੋਈ ਆਖੇ, ਤੈ ਸਾਹਿਬ ਮੈਨੇ ਉਸ ਸਾਹਿਬ, ਇੱਥੇ ਵੀ ਬਿੰਦੀ ਨਹੀਂ ਲੱਗਣੀ। ਪਹਿਲਾਂ ਆਇਆ ਸੀ ਉਹਨਾਂ ਦੇ, ਹੁਣ ਆ ਗਿਆ ਉਸ ਦੇ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਹਾਂ, ਤੂੰ ਕੀ ਦਵੇਂਗਾ, ਦੀਜੈ, ਜੱਜੇ ਨੂੰ ਦਲਾਵਾਂ ਆ ਗਈ ਜੀ ਅੱਗੇ ਵੀ ਇਹ ਨਾਨਕ ਕਹਿ ਤੂੰ ਕੀ ਦਵੇਂਗਾ, ਮੱਧ ਪੁਰਖ ਇੱਕ ਵਚਨ ਦੀਜੈ। ਜਿੱਥੇ ਵੀ ਗੁਰਬਾਣੀ ਦਾ ਪਾਠ ਕਰਦੇ ਹੋ, ਜਿਹੜੀਆਂ ਕਿਰਿਆਵਾਂ ਸਿੱਖ ਲਈਆਂ ਨੇ, ਨਾਲ ਨਾਲ ਉਹ ਜਿੱਥੇ ਵੀ ਆਣ ਉੱਥੇ ਨੂੰ ਚੈੱਕ ਕਰਦੇ ਜਾਓ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤਸਾਰ। ਤੈ ਵਸਤੂ, ਇੱਥੇ ਤੈ ਦਾ ਅਰਥ ਆ ਗਿਆ 3 ਵਸਤੂਆਂ।
ਤਿੰਨ ਵਸਤੂਆਂ ਪਈਆਂ ਨੇ, ਸਤ ਸੰਤੋਖ ਵਿਚਾਰੋ। ਠੀਕ ਹੈ ਜੀ, ਆ ਤਿੰਨ ਵਸਤੂਆਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो जिसका सब सुधारो। ਥਾਲੇ ਵਿੱਚ ਤੈ ਵਸਤੂ ਮੈਨੇ ਤਿੰਨ ਵਸਤੂਆਂ ਪਈਆਂ ਨੇ। ਮੇਰੇ ਕੋਲ ਕਲੀਅਰ ਬੁੱਕ ਹੈਗੀ, ਤੁਹਾਨੂੰ ਮੈਂ ਉਹ ਭੇਜ ਦਾਂਗਾ, ਉਹਦੇ ਉੱਤੇ ਬਿਲਕੁਲ ਸਪਸ਼ਟ ਕਲੀਅਰ ਲਿਖਿਆ ਹੋਇਆ ਤਿੰਨ, ਤੁਹਾਨੂੰ ਮੈਂ ਉਹ ਅੱਜ ਸੈਂਡ ਕਰ ਦਿਆਂਗਾ ਯਾਦ ਨਾਲ। ਹਾਂਜੀ, ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ। ਇੱਥੇ ਤੈ ਦਾ ਅਰਥ ਹੈ ਥਾਂ, ਹਰ ਥਾਂ ਤੇ ਜੇ ਸੂਤਕ ਮੰਨਣ ਲੱਗ ਜਾਈਏ ਨਾ ਵੀ ਸੂਤਕ ਹੁੰਦਾ ਹੈ ਜੀ, ਸੂਤਕ ਹੁੰਦਾ ਹੈ, ਤੇ ਫਿਰ ਸਭ ਥਾਵਾਂ ਤੇ ਸੂਤਕ ਹੋਏਗਾ। ਹੁਣ ਦੇਖੋ ਮੰਨੀਏ ਆ ਗਏ ਨਾ, ਨੰਨੇ ਨੂੰ ਬਿਹਾਰੀ ਤੇ ਐੜੇ ਨੂੰ ਦਲਾਵਾਂ ਆ ਗਈਆਂ। ਜਿੱਥੇ ਬਿਹਾਰੀ ਤੇ ਐੜੇ ਨੂੰ ਦਲਾਵਾਂ ਆ ਜਾਂਦੀਆਂ ਨੇ, ਉੱਥੇ ਹੁਣ ਉੱਤਮ ਪੁਰਖ ਬਹੁਵਚਨ ਬਣ ਜਾਏਗਾ। ਜੇ ਅਸੀਂ ਸੂਤਕ ਮੰਨੀਏ, ਜੇ ਅਸੀਂ ਸੂਤਕ ਮੰਨਣ ਲੱਗ ਜਾਈਏ ਸਭ ਤੈ ਸੂਤਕ ਹੋਏ, ਫਿਰ ਸਾਨੂੰ ਸਭ ਥਾਵਾਂ ਤੇ ਸੂਤਕ ਨਜ਼ਰ ਆਏਗਾ। ਝੂਠ ਹੀ ਝੂਠ ਦਿਸੇਗੀ ਹਰ ਥਾਂ। ਮਨਮੁਖ ਗੁਣ ਤੈ ਬਾਹਰੇ, ਇੱਥੇ ਤੈ ਦਾ ਅਰਥ ਹੈਗਾ ਤੋਂ, ਬਿਨ ਨਾਮੈ ਮਰਦੇ ਚੂਰ, ਨਾਮ ਤੋਂ ਬਿਨਾਂ ਚੂਰ ਤੇ ਮਰਦੇ ਹਨ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਇੱਥੇ ਤੈ ਦਾ ਅਰਥ ਆ ਗਿਆ ਅਤੇ। ਭਗਤਾਂ ਅਤੇ ਸੰਸਾਰੀਆਂ ਦਾ ਕਦੀ ਮੇਲ ਨਹੀਂ ਹੁੰਦਾ। ਭਗਤ ਗੁਣਾਂ ਨਾਲ ਭਰਪੂਰ ਨੇ, ਸੰਸਾਰੀ ਪਦਾਰਥਾਂ ਨਾਲ ਜੁੜੇ ਨੇ। ਭਗਤ ਜਿਹੜੇ ਨੇ ਉਹ ਤੂੰ ਚ ਜਿਉਂਦੇ ਨੇ, ਸੰਸਾਰੀ ਮੈਂ ਚ ਜਿਉਂਦੇ ਨੇ। ਜਿਵੇਂ ਹਉਮੈ ਨਾਵੇਂ ਨਾਲ ਵਿਰੋਧ ਹੈ, ਉਦਾਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹਉਮੈ ਨਾਵੇਂ ਨਾਲ ਤਾਂ ਵਿਰੋਧ ਹੈ, ਹਉਮੈ ਵਿੱਚ ਮਨੁੱਖ ਮੈਂ ਕਰਦਾ ਹੈ, ਨਾਮ ਦੇ ਵਿੱਚ ਤੂੰ ਕਰਨਾ ਪੈਂਦਾ। ਇਹ ਤੇ ਸੀ ਬਿਨਾਂ ਬਿੰਦੀ ਤੋਂ। ਹੁਣ ਆ ਗਏ ਬਿੰਦੀ ਵਾਲੇ। ਬਿੰਦੀ ਵਾਲੇ ਜਦੋਂ ਆਣਗੇ ਨਾ, ਪੁਰਖ ਵਾਸਤੇ ਆਣਗੇ, ਮੱਧਮ ਪੁਰਖ ਵਾਸਤੇ। ਜਿਵੇਂ ਤੈ ਸਾਹਿਬ ਕੀ ਕਰੈ ਸੇਵ, ਤੁਝ ਸੇਵਾ, ਭਾਵ ਤੇਰੇ ਸਾਹਿਬ ਦੀ। ਤੈ ਨਰ ਕਿਆ ਪ੍ਰਾਣ ਸੁਣ ਕੀਨਾ, ਭਾਵ ਤੂੰ ਨਰ ਪ੍ਰਾਣ ਸੁਣ ਕੇ ਕੀ ਕੀਤਾ। ਫਰੀਦਾ ਜੋ ਤੈ ਮਾਰਨ ਮੁਕੀਆਂ, ਤੈਨੂੰ ਮੱਧਮ ਪੁਰਖ ਵਾਸਤੇ ਆ ਗਿਆ, ਜੋ ਤੈਨੂੰ ਮੁਕੀਆਂ ਮਾਰਦੇ ਨੇ, ਤਿਨਾਂ ਨਾ ਮਾਰੇ ਕੋ। ਤੈ ਪਾਸੋਂ ਉਹ ਲੱਦ ਗਏ, ਭਾਵ ਤੇਰੇ ਵੱਲੋਂ ਉਹ ਲੱਦ ਗਏ। ਜਿੱਥੇ ਮੱਧਮ ਪੁਰਖ ਵਾਸਤੇ ਤੈ ਲਫ਼ਜ਼ ਆਏਗਾ, ਉੱਥੇ ਬਿੰਦੀ ਲੱਗੇਗੀ ਹੀ ਲੱਗੇਗੀ। ਮੱਧਮ ਪੁਰਖ ਵਾਸਤੇ ਬਿੰਦੀ ਲੱਗਦੀ ਹੁੰਦੀ ਹੈਗੀ ਹੈ ਤੈ। ਇਹ ਇਸ ਤਰ੍ਹਾਂ ਕਿਉਂ ਹੈ? ਕਿਤੇ ਕੈ ਦਾ ਅਰਥ ਕੀ ਹੈ, ਕਿਤੇ ਕੈ ਦਾ ਅਰਥ ਕੀ ਹੈ, ਕਿਤੇ ਤੈ ਦਾ ਅਰਥ ਵੱਖਰਾ, ਕਿਤੇ ਕਿਉਂ ਹੈ? ਉਹਦਾ ਕਾਰਨ ਹੈ ਹਰ ਇਲਾਕੇ ਦੀ ਭਾਸ਼ਾ ਵੱਖਰੀ ਹੋਣ ਕਰਕੇ, ਬੋਲੀ ਵੱਖਰੀ ਹੋਣ ਕਰਕੇ ਹਰ ਇਲਾਕੇ ਵਿੱਚ ਉਹਦੇ ਅਰਥ ਆਪਣੇ ਬਣ ਜਾਂਦੇ ਨੇ। ਮਰਾਠੀ 'ਚ ਅਰਥ ਵੱਖਰੇ ਨੇ, ਪੁਆਧੀ ਵਿੱਚ ਵੱਖਰੇ ਨੇ। ਇਹਨਾਂ ਅੱਖਰਾਂ ਦੇ ਕੈ ਦੇ, ਤੈ ਦੇ ਉੱਤਰੀ ਭਾਰਤ ਵਾਲੇ ਖਿੱਤਿਆਂ ਦੇ ਵਿੱਚ ਵੱਖਰੇ ਨੇ, ਦੱਖਣੀ ਗੋਲਾਰਧ ਦੇ ਵਿੱਚ ਵੱਖਰੇ, ਦੱਖਣੀ ਭਾਰਤ ਵਿੱਚ ਵੱਖਰੇ ਹੈਗੇ ਨੇ, ਜਾਂ ਮੁਲਤਾਨ ਦੇ ਵਿੱਚ ਵੱਖਰੇ ਨੇ, ਡੋਗਰੀ ਲਿਪੀ ਦੇ ਵਿੱਚ ਵੱਖਰੇ ਨੇ। ਹਰ ਭਾਸ਼ਾ ਦੇ ਵਿੱਚ ਵੱਖੋ ਵੱਖਰੇ ਅਰਥ ਨੇ ਕੈ ਦੇ ਤੇ ਤੈ ਦੇ। ਹਰ ਕੋਈ ਆਪਣੀ ਬੋਲੀ 'ਚ ਵੱਖਰੇ ਅਰਥ ਕਰਦਾ ਹੈ। ਗੁਰੂ ਸਾਹਿਬ ਕੋਲ ਬਹੁਤ ਸਾਰੀਆਂ ਬੋਲੀਆਂ ਦਾ ਸੰਗ੍ਰਹਿ ਹੈਗਾ, ਇਸ ਕਰਕੇ ਇਹਦੇ ਵਿੱਚ ਵੱਖ-ਵੱਖ ਅਰਥਾਂ ਦੇ ਵਿੱਚ ਕੈ ਤੇ ਤੈ ਅਰਥ ਆ ਜਾਂਦੇ ਨੇ। ਖੈਰ, ਇੱਕ ਬੜਾ ਲੰਮਾ ਚੌੜਾ ਵਿਸ਼ਾ ਹੈਗਾ ਇਹ। ਜਦੋਂ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਤੇ ਕਿਰਿਆ ਦੇ ਅਖੀਰ ਦੇ ਉੱਪਰ ਜਿੱਥੇ ਦਲਾਵਾਂ ਆ ਜਾਂਦੀਆਂ ਨੇ, ਉੱਥੇ ਅਰਥ ਅੰਨ੍ਹੇ ਪੁਰਖ ਇੱਕ ਵਚਨ ਵਰਤਮਾਨ ਕਾਲ ਦੇ ਆ ਜਾਂਦੇ ਨੇ। ਜਿੱਥੇ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਐੜੇ ਨੂੰ ਦਲਾਵਾਂ ਆ ਜਾਂਦੀਆਂ ਨੇ, ਉੱਥੇ ਉੱਤਮ ਪੁਰਖ ਬਹੁਵਚਨ ਹੁਕਮੀ ਭਵਿੱਖ ਦਾ ਆਏਗਾ, ਜਾਂ ਵਰਤਮਾਨ ਕਾਲ ਦਾ ਉਹ ਪੈਸਿਵ ਵੌਇਸ ਆ ਜਾਏਗਾ। ਜਿੱਥੇ ਕਿਰਿਆ ਦੇ ਅਖੀਰ ਤੇ ਬਿਹਾਰੀ ਤੇ ਜੱਜੇ ਨੂੰ ਦਲਾਵਾਂ ਆ ਜਾਂਦੀਆਂ ਨੇ, ਉੱਥੇ ਮੱਧਮ ਪੁਰਖ ਇੱਕ ਵਚਨ ਭਵਿੱਖ ਕਾਲ ਦਾ ਅਰਥ ਹੋ ਜਾਏਗਾ। ਤੇ ਜਿੱਥੇ ਕਿਰਿਆ ਦੇ ਵਿਚਕਾਰ ਸਿਹਾਰੀ ਆ ਜਾਂਦੀ, ਉੱਥੇ ਕਾਰਕਿਕ ਅਰਥ ਆ ਜਾਂਦੇ ਨੇ, ਭਾਵ ਕਾਰਕ ਲੱਗ ਜਾਏਗਾ ਅੱਗੇ ਨਾਲ, ਸੁਣਨ ਨਾਲ, ਮੰਨਣ ਨਾਲ, ਸੁਣਿਆ ਮੰਨਿਆ। ਜਿਵੇਂ ਜਿਵੇਂ ਗੁਰਬਾਣੀ 'ਚ ਇਦਾਂ ਦੀ ਕਿਰਿਆਵਾਂ ਆਉਂਦੀਆਂ ਨੇ, ਉਹਨਾਂ ਦਾ ਅਭਿਆਸ ਕਰੋ। ਤੇ ਇਹ ਵਾਲਾ ਜਿਹੜਾ ਚੈਪਟਰ ਦਾ ਗ੍ਰਾਫ ਹੈਗਾ, ਮੈਂ ਪੂਰਾ ਕਰ ਰਿਹਾ, ਨਾਲ ਗੁਰਬਾਣੀ ਦੇ ਤੁਕਾਂ ਵੀ ਦਵਾਂਗਾ ਇਹਦੇ ਵਿੱਚ। ਤੇ ਜਦੋਂ ਕੰਪਲੀਟ ਹੋ ਜਾਏਗਾ ਤੇ ਮੈਂ ਜ਼ਰੂਰ ਆਪ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਵੈਸੇ ਮੈਂ ਗੁਰਬਾਣੀ ਵਿਆਕਰਨ ਜਿਹੜੇ ਇੱਕ ਦੂਜੇ ਨਾਲ ਕੰਪੈਰੀਜ਼ਨ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਉੱਥੇ ਕੀ ਅਰਥ ਹੈ, ਇੱਥੇ ਕੀ ਅਰਥ ਹੈ। ਤੇ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿਸੇ ਚੀਜ਼ ਨੂੰ, ਉਦੋਂ ਬੜੀ ਆਸਾਨੀ ਦੇ ਨਾਲ ਸਾਨੂੰ ਗੁਰਬਾਣੀ ਵਿਆਕਰਨ ਦੇ ਨਿਯਮ ਸਮਝ ਆ ਜਾਂਦੇ ਨੇ। ਮੇਰੇ ਪਾਸੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਆਪ ਜੀ ਨਾਚ ਤਾਰਨਾ ਤੇ ਰੁਝੇਵਿਆਂ ਕਰਕੇ ਲੇਟ ਆਇਆ, ਉਹਦੇ ਵੀ ਮੈਂ ਖਿਮਾ ਦਾ ਜਾਚਕ ਹਾਂ ਜੀ। ਸਤਿਕਾਰਯੋਗ ਰਾਜਾ ਸਾਹਿਬ, ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਸ੍ਰੀ ਚਰਨਜੀਤ ਸਿੰਘ, ਜਦੋਂ ਹੁਕਮ ਲਾਉਂਦੇ ਨੇ ਮੈਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋ ਜਾਣਾ ਜੀ। ਹੋਈਆਂ ਭੁੱਲਾਂ ਖਿਮਾ। ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।